ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਹੜਾ ਪੋਹ ਦਾ ਮਹੀਨਾ ਜਿਹਨੂੰ ਆਪਾਂ ਆਖਦੇ ਹਾਂ ਦਸੰਬਰ ਵਿੱਚ ਆਉਂਦਾ ਹੈ, ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਕੁਛ ਇੱਕ ਗੱਲਾਂ, ਕੁਛ ਇੱਕ ਘਟਨਾਵਾਂ ਜਾਂ ਅਸੀਂ ਉਹਨੂੰ ਕਿਵੇਂ ਮਨਾਉਂਦੇ ਹਾਂ, ਇਸ ਸੰਬੰਧ ਵਿੱਚ ਆਪ ਜੀ ਨਾਲ ਵਿਚਾਰ ਸਾਂਝੀਆਂ ਕਰਨ ਦਾ ਯਤਨ ਕਰਾਂਗਾ। ਦਸੰਬਰ ਦਾ ਮਹੀਨਾ, ਪੋਹ ਦਾ ਮਹੀਨਾ, ਜਿਹਨੂੰ ਆਪਾਂ ਸਿੱਖ ਇਤਿਹਾਸ ਦੇ ਖੂਨੀ ਪੱਤਰੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਔਰ ਹੈਰਾਨੀ ਇਸ ਗੱਲ ਦੀ ਹੈ ਕਿ ਸਾਨੂੰ ਸਿੱਖਾਂ ਨੂੰ ਔਰ ਸਿੱਖਾਂ ਦੇ ਬੱਚਿਆਂ ਨੂੰ ਇੰਨੀਆਂ ਖਾਸ ਘਟਨਾਵਾਂ ਸਾਡੇ ਇਤਿਹਾਸ ਦੀਆਂ ਔਰ ਸਾਨੂੰ ਉਹਨਾਂ ਬਾਰੇ ਵਾਕਫੀਅਤ ਨਾ ਹੋਵੇ। ਹਰ ਘਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗਾਥਾ ਇਸ ਪੋਹ ਦੇ ਮਹੀਨੇ ਵਿੱਚ ਜਾਂ ਦਸੰਬਰ ਦੇ ਮਹੀਨੇ ਵਿੱਚ ਹੋਣੀ ਚਾਹੀਦੀ ਹੈ। ਮੈਂ ਇਹ ਵੀ ਬੇਨਤੀ ਕਰਾਂ, ਜੇ ਹਰ ਬੱਚੇ ਨੂੰ ਕੇਵਲ ਪੋਹ ਵਿੱਚ ਵਾਪਰੀਆਂ ਹੋਈਆਂ ਘਟਨਾਵਾਂ ਦਾ ਵੇਰਵਾ ਹੀ ਅਸੀਂ ਦੱਸ ਸਕੀਏ, ਪੋਹ ਦੇ ਮਹੀਨੇ ਵਿੱਚ ਸਿੱਖ ਇਤਿਹਾਸ ਵਿੱਚ ਕੀ ਕੁਝ ਵਾਪਰਿਆ, ਕਿਵੇਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ, ਕਿਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਜਾਂ ਬਾਕੀ ਕੁਰਬਾਨੀਆਂ ਕਿਵੇਂ ਹੋਈਆਂ, ਕਿਸ ਗੱਲ ਲਈ ਹੋਈਆਂ, ਜੇ ਕੇਵਲ ਪੋਹ ਦੇ ਮਹੀਨੇ ਦੀਆਂ ਘਟਨਾਵਾਂ ਹੀ ਆਪਣੇ ਬੱਚਿਆਂ ਨੂੰ ਦੱਸ ਸਕੀਏ ਤਾਂ ਮੈਂ ਦਾਅਵੇ ਨਾਲ ਆਖ ਸਕਦਾ ਸਾਡੇ ਬੱਚੇ ਕਦੇ ਪਤਿਤ ਨਹੀਂ ਹੋਣਗੇ। ਇਹ ਠੀਕ ਹੈ, ਬੜੇ ਦਿਲ ਹਿਲਾਊ ਘਟਨਾਵਾਂ ਨੇ। ਸ਼ਾਇਰ ਲਿਖਦਾ, ਆਨੰਦਪੁਰ ਸਾਹਿਬ ਜਦੋਂ ਛੱਡਿਆ ਕਿ ਛੱਡਣ ਲੱਗੇ ਜਾਂ ਗੁਰੂ ਆਨੰਦਪੁਰ ਨੂੰ ਦਿਲ ਵਿੱਚ ਕੀ ਕੀ ਧਾਰੀਆਂ, ਕੀ ਦੱਸਾਂ ਸੱਤ ਸੋਹਲ ਪਰਿਵਾਰ ਨੇ ਕਹਿਰ ਦੀਆਂ ਰਾਤਾਂ ਕਿਵੇਂ ਗੁਜ਼ਾਰੀਆਂ, ਕੀ ਦੱਸਾਂ ਤੋਰਨ ਜੰਗ ਨੂੰ ਲਾਲ ਜਦ ਕੋਲ ਸੱਦੇ ਤੇ ਵਾਜਾਂ ਕਿਸ ਤਰ੍ਹਾਂ ਮਾਰੀਆਂ, ਕੀ ਦੱਸਾਂ ਦੁਸ਼ਟਾਂ ਜ਼ਾਲਮਾਂ ਉਸ ਦੇ ਪੁੱਤਰਾਂ ਤੇ ਕੰਧਾਂ ਕਿਵੇਂ ਉਸਾਰੀਆਂ, ਕੀ ਦੱਸਾਂ ਜਿੰਦਾਂ ਉਹਦੀਆਂ ਕਿਸ ਤਰ੍ਹਾਂ ਜਿੰਦ ਦਿੱਤੀ, ਸਾਨੀ ਕੋਈ ਕਿਆਸ ਵਿੱਚ ਨਹੀਂ ਆਇਆ, ਅੱਗੇ ਕਿਸੇ ਜਹਾਨ ਤੇ ਜੰਮਣਾ ਨਹੀਂ, ਪਿੱਛੇ ਕਿਸੇ ਇਤਿਹਾਸ ਵਿੱਚ ਨਹੀਂ ਆਇਆ। ਅੱਜ ਤੱਕ ਜੋ ਹਾਲਾਤ, ਜੋ ਵੇਰਵਾ ਆਪਾਂ ਇਤਿਹਾਸ ਵਿੱਚ ਪੜ੍ਹਿਆ ਸੁਣਿਆ, ਸਰਸਾ ਦੇ ਕੰਢੇ ਤੇ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਕਿਸ ਢੰਗ ਨਾਲ ਦਸ਼ਮੇਸ਼ ਦੀ ਮਾਤਾ, ਦਸ਼ਮੇਸ਼ ਦੇ ਛੋਟੇ ਬੱਚੇ ਇੱਕ ਝੁੱਗੀ ਵਿੱਚ ਰਾਤ ਗੁਜ਼ਾਰ ਰਹੇ ਨੇ, ਤੇ ਝੁੱਗੀ ਵੀ ਇੱਕ ਮਲਾਹ ਦੀ। ਉਹ ਤੋਂ ਬਾਅਦ ਕੀ ਕੁਝ ਹੋਇਆ ਇਹ ਆਪਾਂ ਸਾਰੇ ਜਾਣਦੇ ਹਾਂ। ਕਿਵੇਂ ਗੰਗੂ ਨੇ ਗਦਾਰੀ ਕੀਤੀ, ਕਿਵੇਂ ਉਹ ਕੈਦ ਹੋਏ, ਕਿਵੇਂ ਠੰਡੇ ਬੁਰਜ ਵਿੱਚ ਜਾ ਕੇ ਕੈਦ ਹੋਈ। ਇਤਿਹਾਸ ਆਪ ਜੀ ਸਾਰੇ ਇਸ ਗੱਲ ਤੋਂ ਵਾਕਫ ਹੋ, ਪਰ ਮੈਂ ਅੱਜ ਇਹਨੂੰ ਕਿਸੇ ਹੋਰ ਰੂਪ ਵਿੱਚ ਆਪ ਜੀ ਨਾਲ ਕੁਝ ਹੋਰ ਘਟਨਾਵਾਂ, ਕੁਝ ਹੋਰ ਗੱਲਾਂ ਜਿਹੜੀਆਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ, ਮੈਂ ਉਧਰ ਨੂੰ ਜਾਵਾਂਗਾ। ਤਿੰਨਾਂ ਜੀਆਂ ਨੂੰ, ਦੋ ਪੁੱਤਰਾਂ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਤੇ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਇਤਿਹਾਸ ਆਪਾਂ ਸਾਰਿਆਂ ਨੇ ਇਹ ਸੁਣਿਆ। ਠੰਡੇ ਬੁਰਜ ਦੀ ਜਿਹੜੀ ਗਾਥਾ ਹੈ ਜਾਂ ਜੋ ਅੱਜ ਜੋ ਦਿੱਖ ਹੈ ਠੰਡੇ ਬੁਰਜ ਦੀ, ਵਾਸਤਵ ਵਿੱਚ ਠੰਡਾ ਬੁਰਜ ਇਹ ਨਹੀਂ ਸੀ। ਸਿਆਣਿਆਂ ਤੋਂ ਪੁੱਛਿਆ ਉੱਥੇ, ਜਿਨ੍ਹਾਂ ਨੇ ਦੱਸਿਆ ਕਿ ਅਸਲ ਵਿੱਚ ਇਸ ਬੁਰਜ ਦੇ ਚਾਰ ਚਫੇਰੇ ਪਾਣੀ ਦੇ ਭਰੇ ਹੋਏ ਤਲਾਅ ਹੁੰਦੇ ਸਨ, ਔਰ ਗਰਮੀਆਂ ਦੇ ਰਹਿਣ ਲਈ ਇੱਥੇ ਉਹਨੇ ਜਗ੍ਹਾ ਜਿਹੜੀ ਬਾਦਸ਼ਾਹ ਨੇ ਬਣਾਈ ਹੋਈ, ਸੂਬੇਦਾਰ ਨੇ ਬਣਾਈ ਹੋਈ ਸੀ, ਤੇ ਉਸ ਪਾਣੀ ਨਾਲ ਲੱਗ ਕੇ ਜਦੋਂ ਹਵਾ ਠੰਡੀ ਉੱਪਰ ਨੂੰ ਆਉਂਦੀ ਸੀ ਤੇ ਉਹ ਵੀ ਠੰਡੀ ਹੋ ਜਾਂਦੀ ਸੀ। ਔਰ ਚਫੇਰੇ ਪਾਣੀ ਵਿਚਕਾਰ ਬੁਰਜ, ਤੇ ਸਿਆਲਾਂ ਦੇ ਦਿਨ ਨੇ, ਕੜਕਦੀ ਸਰਦੀ, ਬਰਫ਼ ਪਈ ਹੋਈ, ਕੋਰਾ ਜੰਮਿਆ ਹੋਇਆ। ਉਹਨਾਂ ਦਿਨਾਂ ਵਿੱਚ ਕੇਵਲ ਤਨ ਦੇ ਕੱਪੜੇ, ਕੇਵਲ ਤਨ ਦੇ ਕੱਪੜੇ ਪਾ ਕੇ ਉਸ ਥਾਂ ਤੇ ਬੈਠੇ ਨੇ। ਕਿਵੇਂ ਰਾਤ ਗੁਜ਼ਾਰੀ ਹੋਏਗੀ, ਇਸ ਗੱਲ ਦਾ ਅਹਿਸਾਸ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਇਹਨਾਂ ਹਾਲਾਤਾਂ ਵਿੱਚ ਦੀ ਉਹ ਗੁਜ਼ਰੇ ਨੇ। ਕਿੱਦਾਂ ਦੇ ਸਮਾਂ ਸੀ ਭਿਆਨਕ, ਕਿਸ ਤਰ੍ਹਾਂ ਦੇ ਤਸੀਹੇ ਦਿੱਤੇ ਗਏ, ਦੁਸ਼ਮਣਾਂ ਦੀ ਕੈਦ ਵਿੱਚ ਨੇ। ਔਰ ਸਾਰਾ ਕੁਝ ਕਰਦਿਆਂ ਹੋਇਆਂ ਜੇ ਖਾਣ ਨੂੰ ਮਿਲਦਾ ਤੇ ਇੱਕ ਬੇਹਾ ਟੁਕੜ। ਇੱਕ ਸ਼ਾਇਰ ਇਸ ਗੱਲ ਨੂੰ ਲਿਖਦਾ ਹੈ, ਆਪਣੀ ਵੱਲੋਂ ਸੰਬੋਧਿਤ ਹੋ ਕੇ ਮਾਤਾ ਗੁਜਰੀ ਜੀ ਨੂੰ, ਤੇ ਆਪੇ ਹੀ ਉਹਨਾਂ ਵੱਲੋਂ ਜਵਾਬ ਦਿੰਦਾ ਹੈ। ਕਹਿੰਦਾ, ਮਾਤਾ ਗੁਜਰੀਏ ਕਿਹੋ ਜਿਹੀ ਗੁਜ਼ਰ ਰਹੀ ਏ, ਸਮਾਂ ਜ਼ਿੰਦਗੀ ਵਿੱਚ ਕਿਹਾ ਆਇਆ। ਉਹ ਇਹ ਦਸ਼ਮੇਸ਼ ਦੀ ਮਾਂ ਏ, ਸੁਬਾਹ ਜਿਹਨੂੰ ਪਿਆਲਾ ਪਾਣੀ ਦਾ ਤੇ ਟੁੱਕੜ ਬੇਹਾ ਆਇਆ। ਤੇ ਮਾਤਾ ਗੁਜਰੀ ਜੀ ਅੱਗੋਂ ਜਵਾਬ ਦਿੱਤਾ, ਮੇਰਾ ਨਾਂ ਗੁਜਰੀ, ਮੇਰੀ ਅਲ ਗੁਜਰੀ।
ਇਹੋ ਜਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ, ਪਲ ਪਲ ਗੁਜਰੀ। ਪਹਿਲਾਂ ਪਤੀ ਦਿੱਤਾ, ਫਿਰ ਮੈਂ ਪੋਤੇ ਦਿੱਤੇ, ਆ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ। ਲੋਕੀ ਗੁਜਰੀ ਲੋਕ ਮੈਨੂੰ ਤਾਈਓ ਆਖਦੇ ਨੇ, ਜਿਹੜੀ ਆਈ ਸਿਰ ਤੇ ਉਹ ਮੈਂ ਚੱਲ ਗੁਜਰੀ। ਔਰ ਇਹਨਾਂ ਹਾਲਾਤਾਂ ਨੂੰ ਵੇਖ ਕੇ ਇੱਕ ਰਹਿਮਦਿਲ ਇਨਸਾਨ, ਜਿਹਨੂੰ ਮੋਤੀ ਰਾਮ ਮਹਿਰਾ ਆਪਾਂ ਆਖਦੇ ਹਾਂ, ਉਹ ਨਿਤਰਿਆ। ਦੇਖੋ ਸ਼ਹਾਦਤ ਕਿਵੇਂ ਹੋਈ ਇਹ ਆਪਾਂ ਜਾਣਦੇ ਹਾਂ, ਪਰ ਜਿਨ੍ਹਾਂ ਨੇ ਇਸ ਸਾਡੇ ਗੁਰੂ ਸਾਹਿਬਾਨ ਦੇ, ਸਾਡਿਆਂ ਉਹਨਾਂ ਭਰਾਵਾਂ ਦੀ ਬਿਪਤਾ ਵਿੱਚ ਜਿਨ੍ਹਾਂ ਨੇ ਸਾਥ ਦਿੱਤਾ, ਆਪਾਂ ਗੱਲ ਕੇਵਲ ਉਹਨਾਂ ਦੀ ਅੱਜ ਕਰਨੀ ਹੈ। ਮੋਤੀ ਰਾਮ ਮਹਿਰਾ ਗਰੀਬ ਹੈ, ਉੱਥੇ ਖਾਨਸ਼ਾਮੇ ਦਾ ਕੰਮ ਕਰਦਾ ਹੈ, ਠੀਕ ਹੈ। ਗਹਿਣੇ ਦੇ ਕੇ ਵੱਡੀ ਪਹਿਰੇਦਾਰ ਨੂੰ ਤੇ ਮਾਤਾ ਜੀ ਲਈ ਤੇ ਬੱਚਿਆਂ ਲਈ ਦੁੱਧ ਦਾ ਇੰਤਜ਼ਾਮ ਉਹਨੇ ਕੀਤਾ, ਇਹ ਆਪਾਂ ਸਾਰੇ ਜਾਣਦੇ ਹਾਂ। ਉਹ ਤੋਂ ਬਾਅਦ ਉਹਦੇ ਨਾਲ ਕੀ ਹੋਇਆ ਉਹ ਵੀ ਆਪਾਂ ਨੂੰ ਪਤਾ ਹੈ, ਪਰ ਇਹ ਗੱਲ ਆਪਾਂ ਕਦੇ ਇਸ ਗੱਲ ਨੂੰ ਮਹਿਸੂਸ ਕੀਤਾ ਹੋਏ, ਕਦੇ ਇਸ ਗੱਲ ਨੂੰ ਮਨ ਵਿੱਚ ਵਿਚਾਰਿਆ ਹੋਵੇ ਵੀ ਕਿੰਨੀਆਂ ਤੰਗੀਆਂ ਝੱਲ ਕੇ ਕਿਸ ਢੰਗ ਨਾਲ ਸ਼ਹਾਦਤ ਹੋਈ। ਹੁਣ ਮੈਂ ਹੈਰਾਨ ਹੁੰਨਾ, ਹੁਣੇ ਲੰਘ ਕੇ ਗਏ ਨੇ ਮੁਸਲਮਾਨ ਭਰਾ ਸਾਡੇ ਨੇ, ਤਾਜ਼ੀਏ ਕੱਢਦੇ ਨੇ, ਹਸਨ ਹੁਸੈਨ ਦੀ ਕੁਰਬਾਨੀ ਯਾਦ ਕਰਦੇ ਨੇ। 2 ਸ਼ਹਾਦਤਾਂ ਹੋਈਆਂ, ਔਰ ਦੇਖਣ ਵਾਲੀ ਗੱਲ ਹੈ, ਸੁਣਾਉਣ ਵਾਲਾ ਵੀ ਉੱਚੀ ਉੱਚੀ ਧਾਹਾਂ ਮਾਰ ਰਿਹਾ ਹੁੰਦਾ ਤੇ ਸੁਣਨ ਵਾਲੇ ਵੀ ਜਾਰੋ ਜਾਰ ਰੋ ਰਹੇ ਹੁੰਦੇ ਨੇ, ਔਰ ਬੜੀ ਸ਼ਿੱਦਤ ਨਾਲ ਰੋ ਰਹੇ ਹੁੰਦੇ ਨੇ। ਔਰ ਤੁਹਾਨੂੰ ਦਿਸ ਰਿਹਾ, ਦਿਖਾਵਾ ਨਹੀਂ ਕਰ ਰਹੇ, ਉਹਨਾਂ ਦੇ ਅਥਰੂ ਅੰਦਰੋਂ ਟਪਕ ਰਹੇ ਨੇ, ਉਹ ਮਹਿਸੂਸ ਕਰਦੇ ਨੇ ਉਸ ਗਾਥਾ ਨੂੰ, ਉਸ ਸ਼ਹਾਦਤ ਨੂੰ। ਪਰ ਦੂਜੇ ਪਾਸੇ ਸਾਡੇ ਹੁਣ ਵੱਡੇ ਸਾਹਿਬਜ਼ਾਦਿਆਂ ਦੀ ਜਦੋਂ ਗੱਲ ਆਉਂਦੀ ਹੈ ਸ਼ਹਾਦਤ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਹੱਥੀਂ ਤੋਰੇ, ਉਹਨਾਂ ਦੀ ਅੱਖਾਂ ਦੇ ਸਾਹਮਣੇ ਟੋਟੇ ਟੋਟੇ ਹੋ ਕੇ ਡਿੱਗੇ, ਲੜਦੇ ਹੋਏ ਧਰਮ ਦੀ ਖਾਤਰ ਸ਼ਹਾਦਤ ਦੇ ਗਏ, ਤੇ ਬਿਨਾਂ ਕਫਨ ਤੋਂ ਲਾਸ਼ਾਂ ਮੈਦਾਨੇ ਜੰਗ ਵਿੱਚ ਰੁਲ ਰਹੀਆਂ ਨੇ, ਕੋਈ ਸੰਸਕਾਰ ਕਰਨ ਵਾਲਾ ਨਹੀਂ। ਸਾਡੇ ਜਦੋਂ ਕਿਤੇ ਕੋਈ ਰਾਗੀ ਢਾਡੀ ਪ੍ਰਚਾਰਕ ਇਹ ਗੱਲ ਕਰਦਾ ਨਾ ਵੀ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੇਰਾ ਜੇਰਾ ਹੋ ਕੇ ਤੇ ਧਰਤੀ ਦੇ ਉੱਤੇ ਡਿੱਗਿਆ, ਤੇ ਸੰਗਤਾਂ ਵਿੱਚ ਬਹੁਤ ਵਾਰ ਵੇਖਣ ਵਿੱਚ ਆਇਆ ਲੋਕੀ ਉੱਚੀ ਉੱਚੀ ਜੈਕਾਰੇ ਛੱਡਦੇ ਨੇ। ਜੈਕਾਰੇ ਛੱਡ ਕੇ ਉਹਦਾ ਬੜੀ ਜੋ ਸ਼ਿੱਦਤ ਨਾਲ, ਬੜੇ ਜ਼ੋਰ ਨਾਲ ਜਿਹੜਾ ਉਹਦਾ ਫਿਰ ਸੰਗਤ ਵਿੱਚੋਂ ਰਿਸਪੌਂਸ ਵੀ ਮਿਲਦਾ। ਜਦੋਂ ਆਉਂਦਾ ਨੀਹਾਂ ਵਿੱਚ ਚਿਣੇ ਗਏ ਨੇ, ਦੇਖੋ ਪੈਰਾਂ ਵਿੱਚ ਬੇੜੀਆਂ ਵੀ ਇਤਿਹਾਸ ਜੋ ਹੁਣ ਆਇਆ ਵੀ ਉਹਨਾਂ ਦੇ ਪਾਈਆਂ ਗਈਆਂ, ਉਹਨਾਂ ਨੂੰ ਤਸ਼ੱਦਦ ਵੀ ਕੀਤਾ ਉਹਨਾਂ ਉੱਤੇ ਕੀਤਾ ਗਿਆ, ਉਹਨਾਂ ਨੂੰ ਭੁੱਖਿਆਂ ਧਿਆਇਆਂ ਵੀ ਰੱਖਿਆ ਗਿਆ, ਉਹਨਾਂ ਨੂੰ ਡਰਾਇਆ ਧਮਕਾਇਆ ਵੀ ਗਿਆ, ਨੀਂਦ ਦੇ ਵਿੱਚ ਵੀ ਚਿਣਿਆ ਗਿਆ, ਸਫੋਕੇਸ਼ਨ ਵੀ ਹੋਈ, ਔਰ ਉਹਦੇ ਨਾਲ ਬੇਹੋਸ਼ੀ ਦੀ ਹਾਲਤ ਜਿਹੜੀ ਹੈ ਉਹ ਵੀ ਹੋਈ ਸਾਹਿਬਜ਼ਾਦਿਆਂ ਦੀ। ਔਰ ਇਹ ਵੀ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਨੀਂਹ ਫਟਣ ਤੋਂ ਬਾਅਦ ਲਾਸ਼ਾਂ ਬਾਹਰ ਡਿੱਗ ਪਈਆਂ ਤੇ ਫਿਰ ਜ਼ਾਲਮਾਂ ਨੇ ਉਹਨਾਂ ਦੀ ਸ਼ਾਹ ਰਗ ਵੱਢ ਦਿੱਤੀ ਗਈ। ਕੁਛ ਮਿੰਟ ਜਿਹੜਾ ਸਰੀਰ ਉਹਨਾਂ ਦੇ ਤੜਫਦੇ ਰਹੇ ਤੇ ਹੌਲੀ ਹੌਲੀ ਤੜਫ ਤੜਫ ਕੇ ਸ਼ਹਾਦਤ ਹੋਈ, ਔਰ ਜਿਹੜੇ ਸਰੀਰ ਸਨ ਉਹ ਬਾਹਰ ਜਿਹੜੇ ਨੇ ਉਹ ਸੁੱਟ ਦਿੱਤੇ ਗਏ, ਤਾਂ ਕਿ ਕੋਈ ਇਹ ਲੋਕਾਂ ਦੇ ਉੱਤੇ ਦਹਿਸ਼ਤ ਪਾਉਣ ਵਾਸਤੇ। ਇੰਨੀ ਦਰਦਨਾਕ ਕੁਰਬਾਨੀ ਸੁਣ ਕੇ ਤੇ ਹੈਰਾਨੀ ਜਦੋਂ ਆਖਦੇ ਨੀਹਾਂ ਵਿੱਚੋਂ ਚਿਣੇ ਗਏ, ਤੇ ਸਾਡੇ ਸਿੱਖ ਜਕਾਰੇ ਛੱਡਦੇ ਨੇ ਉੱਚੀ ਉੱਚੀ ਭਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕਿਸ ਗੱਲ ਦਾ ਜਕਾਰਾ ਛੱਡਦੇ ਹੋ? ਅੱਜ ਤੱਕ ਮੇਰੀ ਸਮਝ ਵਿੱਚ ਨਹੀਂ ਆਇਆ। ਕਿਹੜੀ ਐਡੀ, ਕਿਹੜੇ ਜੰਗ ਤੇ ਚੜ੍ਹਨ ਲੱਗੇ ਹੋ? ਕੋਈ ਖੁਸ਼ੀ ਦੀ ਗੱਲ ਹੋ ਗਈ, ਕਿਹੜੀ ਚੜ੍ਹਦੀ ਕਲਾ ਦਾ ਪ੍ਰਤੀਕ ਕੋਈ ਗੱਲ ਸੀ? ਉਹਨਾਂ ਨੇ ਤੇ ਕੁਰਬਾਨੀ ਕਰ ਦਿੱਤੀ। ਪਰ ਦਲੀਲ ਕਈ ਦੇਣ ਵਾਲੇ ਇਹ ਦਿੰਦੇ ਨੇ, ਨਹੀਂ ਜੀ ਸਿੱਖ ਨੂੰ ਖੁਸ਼ੀ ਤੇ ਗਮੀ ਦਾ ਫਰਕ ਨਹੀਂ, ਸਿੱਖ ਹਰ ਵੇਲੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਹਾਂ ਠੀਕ ਹੈ, ਸ਼ਹੀਦ ਹੋਏ ਨੇ ਗੁਰੂ ਕੇ ਪੁੱਤਰ, ਇਸੇ ਕਰਕੇ ਚੜ੍ਹਦੀ ਕਲਾ ਨਾ, ਕਿਤੇ ਆਪਣਾ ਹੋਵੇ ਪੁੱਤਰ ਸ਼ਹੀਦ ਹੋਇਆ, ਆਪਣਾ ਹੋਵੇ ਭਰਾ ਸ਼ਹੀਦ ਹੋਇਆ, ਆਪਣਾ ਹੋਵੇ ਬਾਪ ਕਿਤੇ ਸਾਹਮਣੇ ਅੱਖਾਂ ਤੇ ਮਰਿਆ, ਫੇਰ ਜਕਾਰਾ ਕੋਈ ਛੱਡੇ, ਫਿਰ ਉਹਦੀ ਕੋਈ ਤੁਕ ਬਣਦੀ ਹੈ ਵੀ ਸਮਦ੍ਰਿਸ਼ਟ ਹੈ। ਜਦੋਂ ਕਿਤੇ ਆਪਣੇ ਪੁੱਤਰ ਨੂੰ ਤੱਤੀ ਵਾਹ ਵੀ ਲੱਗ ਜਾਏ, ਕਿਤੇ ਇਹੋ ਜਿਹੀ ਘਟਨਾ ਸਤਿਗੁਰੂ ਕਰੇ ਕਿਸੇ ਦੇ ਅੱਖਾਂ ਦੇ ਸਾਹਮਣੇ ਨਾ ਵਾਪਰੇ, ਪਰ ਜੇ ਕਿਤੇ ਆਪਣਾ ਪੁੱਤ ਏਦਾਂ ਟੋਟੇ ਟੋਟੇ ਹੋ ਕੇ ਕਿਤੇ ਵੇਰਾ ਵੇਰਾ ਹੋ ਕੇ ਸ਼ਹੀਦ ਹੁੰਦਾ ਹੋਵੇ, ਕਿਤੇ ਮਰਦਾ ਹੋਵੇ, ਫਿਰ ਮਨੁੱਖ ਦੀ ਹਾਲਤ ਵੇਖੋ ਵੀ ਕਿਵੇਂ ਤੜਫਦਾ, ਫਿਰ ਉਹਦੇ ਦਿਲ ਤੇ ਕੀ ਗੁਜ਼ਰਦੀ ਹੈ। ਕਿਤੇ ਛਿੱਲਤ ਲੱਗ ਜਾਏ ਆਪਣੇ ਬੱਚੇ ਨੂੰ ਤੇ ਮਨੁੱਖ ਫਿਰ ਉਦੋਂ ਸਾਰਾ ਕੁਝ ਆਪਣਾ ਭੁਲਾ ਕੇ ਪਿੱਟਦਾ ਆਪਾ ਵੀ ਕਿਤੇ ਨਾ ਕਿਸੇ ਤਰ੍ਹਾਂ ਇਹਦਾ ਕੋਈ ਹੱਲ ਕੱਢਿਆ ਜਾਵੇ।
पर जदों गुरु गोबिंद सिंह साहब जी के साहिबजादिਆਂ ਦੀ शहादत का जिक्र आउंदा ਤੇ ਸਾਡੇ ਮਨ ਵਿੱਚ ਜਰਾ ਜਿੰਨਾ ਵੀ ਮਲਾਲ ਨਾ ਆਵੇ, ਜਰਾ ਜਿੰਨਾ ਵੀ ਦਰਦ ਨਾ ਆਵੇ, ਜਰਾ ਵੀ ਉਹਨੂੰ ਆਪਾਂ ਮਹਿਸੂਸ ਨਾ ਕਰ ਸਕੀਏ, ਆਪਣੇ ਆਪ ਨੂੰ ਉਸ ਥਾਂ ਤੇ ਪਾ ਕੇ ਵੇਖੋ ਤੇ ਸਹੀ ਵੀ ਇਦਾਂ ਦੀ ਸ਼ਹਾਦਤ ਜਦੋਂ ਹੁੰਦੀ ਹੈ ਤੇ ਕਿੰਨਾ ਕੁ ਮਨ ਡੋਲਦਾ, ਕਿੰਨਾ ਕੁ ਮਨ ਜਿਹੜਾ ਉਹ ਝੁਝੋੜਿਆ ਜਾਂਦਾ। ਪਰ ਅਸੀਂ ਜਕਾਰੇ ਛੱਡਦੇ ਹਾਂ। ਹਾਂ, ਇਦਾਂ ਦੇ ਹਾਲਾਤਾਂ ਵਿੱਚ ਜਦੋਂ ਆਪਣੇ ਤੇ ਵਾਪਰੇ ਮਨੁੱਖ ਜਕਾਰਾ ਛੱਡੇ ਫਿਰ ਸਵਾਦ ਆਉਂਦਾ ਗੱਲ ਦਾ। ਇੰਨਾ ਦਰਦਨਾਕ ਮਾਜਰਾ ਹੈ, ਹੈਰਾਨੀ ਇਸ ਗੱਲ ਦੀ। ਸ਼ਹੀਦੀ ਪੁਰਬ ਮਨਾ ਰਹੇ ਹਾਂ, ਸਿੱਖ ਜਲੇਬੀਆਂ ਦੇ ਲੰਗਰ ਲਾਏ ਹੋਏ ਨੇ, ਸਿੱਖਾਂ ਨੇ ਪਕੌੜਿਆਂ ਦੇ ਲੰਗਰ ਲਾਏ ਹੋਏ ਨੇ, 36 ਪ੍ਰਕਾਰ ਦੇ ਭੋਜਨ ਵਰਤਾਏ ਜਾ ਰਹੇ ਨੇ, ਲੰਗਰ ਵਰਤਾਉਣ ਵਾਲੇ ਵੀ ਜਕਾਰੇ ਛੱਡੀ ਜਾ ਰਹੇ ਨੇ, ਧਾਰਮਿਕ ਗੀਤ ਉੱਚੀਆਂ ਸੁਰਾਂ ਵਿੱਚ ਲਾਏ ਹੋਏ ਨੇ, ਤੇ ਜਿਹੜੇ ਖਾਣ ਵਾਲੇ ਨੇ, ਛਕਣ ਵਾਲੇ ਨੇ, ਉਹ ਵੀ ਜਕਾਰੇ ਛੱਡੀ ਜਾਂਦੇ ਨੇ। ਹੈਰਾਨੀ ਇਸ ਗੱਲ ਦੀ, ਸਾਡੇ ਮਨ ਵਿੱਚ ਰੱਤੀ ਜਿੰਨਾ ਵੀ ਇਹ ਗੱਲ ਨਹੀਂ ਪਈ ਅਸੀਂ ਸ਼ਹਾਦਤ ਦਾ ਦਿਵਸ ਮਨਾਉਣ ਜਾ ਰਹੇ ਹਾਂ, ਉਹਨਾਂ ਨੂੰ ਯਾਦ ਕਰ ਲਿਆ। ਔਰ ਉਹ ਉਸੇ ਤਰ੍ਹਾਂ ਹਾਸਾ ਠੱਠਾ ਮਖੌਲ ਉਹ ਜਿਵੇਂ ਜਾਂਦੇ ਨੇ, ਆਪਾਂ ਵੇਖਦੇ ਹਾਂ ਟਰਾਲੀਆਂ ਤੇ ਚੜ੍ਹ ਕੇ, ਟਰੱਕਾਂ ਤੇ ਚੜ੍ਹ ਕੇ ਜੋ ਮਾਹੌਲ ਹੁੰਦਾ, ਜਾਂ ਉੱਥੇ ਦਾ ਵੀ ਜੋ ਮਾਹੌਲ ਹੁੰਦਾ, ਜਿੱਥੇ ਮੇਲਾ, ਜਿੱਥੇ ਉਹ ਸ਼ਹੀਦੀ ਜੋੜ ਮੇਲਾ ਲੱਗਦਾ, ਉਹ ਜਿਵੇਂ ਦੁਸਹਿਰੇ ਦਾ ਮੇਲਾ, ਉਹਦੇ ਵਿੱਚ ਜਦੋਂ ਦੂਸਰੇ ਮੇਲੇ ਵਿੱਚ ਕੋਈ ਫਰਕ ਨਹੀਂ ਲੱਗਦਾ। ਕਦੇ ਸੋਚਿਆ ਇਸ ਗੱਲ ਨੂੰ? ਦਸਮ ਪਾਤਸ਼ਾਹ ਜੀ ਜਿਹਨੀ ਸਾਰਾ ਪਰਿਵਾਰ ਆਪਣਾ ਕੌਮ ਲਈ ਕੁਰਬਾਨ ਕਰਕੇ ਇਹ ਗੱਲ ਆਖੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਮਜੀਵਤ ਕਈ ਹਜ਼ਾਰ। ਔਰ ਉਹਨਾਂ ਦੇ ਪਿਤਾ ਜੀ, ਮਾਤਾ ਜੀ, ਸਾਹਿਬਜ਼ਾਦੇ ਵੱਡੇ, ਸਾਹਿਬਜ਼ਾਦੇ ਛੋਟੇ, ਔਰ ਜਿੰਨਾ ਪਰਿਵਾਰ ਹੈ, ਕਿਸੇ ਇੱਕ ਨੂੰ ਵੀ ਆਪਣੇ ਅੰਤਮ ਸਮੇਂ ਤੇ ਇਸ਼ਨਾਨ ਨਹੀਂ ਕਰਵਾਇਆ ਗਿਆ। ਕਿਸੇ ਇੱਕ ਵੀ ਸਰੀਰ ਨੂੰ ਸਤਿਗੁਰਾਂ ਨੇ ਆਪਣੇ ਹੱਥੀਂ ਸੰਸਕਾਰ ਨਹੀਂ ਕੀਤਾ, ਸੰਸਕਾਰ ਨਹੀਂ ਕੀਤਾ, ਅਗਨੀ ਨਹੀਂ ਦਿਖਾਈ। ਆਪਾਂ ਆਪਣੇ ਤੇ ਲਾ ਕੇ ਵੇਖੀਏ, ਜੇ ਹਾਲਾਤ ਇਦਾਂ ਦੇ ਹੋਣ ਅਸੀਂ ਕੀ ਕਰਾਂਗੇ? ਉਹ ਦਿਨ ਮਨਾਉਣ ਜਾ ਰਹੇ ਹਾਂ, ਕਿਸੇ ਦੇ ਉੱਤੇ ਸਾਹਿਬਾਂ ਨੇ ਆਪਣੇ ਹੱਥੀਂ ਕੱਪੜਾ ਨਹੀਂ ਪਾਇਆ। ਆਪਾਂ ਵੇਖਦੇ ਹਾਂ ਆਪਣੇ, ਜੇ ਪਿੱਛੇ ਲੈ ਲਈਏ ਪੰਜਾਬ ਦੀ ਧਰਤੀ ਜਾਂ ਆਪਣੇ ਵਤਨ ਵੱਲ ਨੂੰ, ਕਿਸੇ ਭਿਖਾਰੀ ਦਾ ਪੁੱਤਰ ਵੀ ਮਰ ਜਾਏ, ਕੁਝ ਸਮਾਜ ਸੇਵੀ, ਕੁਝ ਹੋਰ ਸੰਸਥਾਵਾਂ ਜਾਂ ਭਾਈਚਾਰਾ ਅੰਤਮ ਰਸਮਾਂ ਜ਼ਰੂਰ ਪੂਰੀਆਂ ਕਰਦਾ, ਪਰ ਸਾਹਿਬਜ਼ਾਦਿਆਂ ਦੇ, ਮਾਤਾ ਜੀ ਦਾ, ਉਹਨਾਂ ਦਾ ਸੰਸਕਾਰ ਕਰਨ ਨੂੰ ਕੋਈ ਤਿਆਰ ਨਹੀਂ ਕਿ ਦੂਜੇ ਪਾਸੇ ਇੱਕ ਆਪਣੇ ਰਾਜੇ ਦੀ, ਇੱਕ ਦੀ, ਸੂਬੇਦਾਰ ਦੀ ਨਾਰਾਜ਼ਗੀ ਚੱਲਣੀ ਪੈਣੀ ਹੈ। ਲਾਸ਼ਾਂ ਰੁਲ ਰਹੀਆਂ ਨੇ, ਇਸ ਗੱਲ ਲਈ ਸਿੱਟ ਦਿੱਤੀਆਂ ਗਈਆਂ ਵੀ ਕਾਂ ਕੁੱਤੇ ਜੋ ਵੀ ਨੇ ਖਾ ਜਾਣਗੇ, ਲੋਕਾਂ ਨੂੰ ਪਤਾ ਲੱਗੇਗਾ ਹਕੂਮਤ ਤੋਂ ਬਾਗੀਆਂ ਦਾ ਹਸ਼ਰ ਕੀ ਹੁੰਦਾ ਹੈ। ਔਰ ਕੋਈ ਮਨੁੱਖ ਉੱਧਰ ਨੂੰ ਲਾਸ਼ਾਂ ਲੈਣ ਨੂੰ ਤਿਆਰ ਨਹੀਂ। ਇੱਕ ਇਨਸਾਨ ਸਾਰੀ ਕਾਇਨਾਤ ਵਿੱਚੋਂ ਉੱਠਿਆ, ਦੀਵਾਨ ਟੋਡਰਮਲ, ਜਿਹਨੇ ਆਪਣੀ ਜ਼ਿੰਦਗੀ ਦੀ ਸਾਰੀ ਇਕੱਠੀ ਕੀਤੀ ਹੋਈ ਪੂੰਜੀ ਦਾਅ ਤੇ ਲਾ ਕੇ, ਵੇਚ ਵੱਟ ਕੇ, ਸਾਰਾ ਖੜੀਆਂ ਕਰਕੇ ਮੋਹਰਾਂ ਸੰਸਕਾਰ ਕਰਨ ਦੀ ਆਗਿਆ ਲੈ ਕੇ, ਸੰਸਕਾਰ ਕਰਨ ਦੀ ਆਗਿਆ ਤਾਂ ਮਿਲੀ, ਥਾਂ ਜਿਸ ਵਿੱਚ ਸੰਸਕਾਰ ਕਰਨਾ ਹੈ ਉਹ ਤੈਨੂੰ ਮੁੱਲ ਲੈਣਾ ਪਵੇਗਾ। ਤੇ ਮੁੱਲ ਵੀ ਕਿਵੇਂ ਲੈਣਾ ਪਵੇਗਾ? ਮੋਹਰਾਂ ਖੜੀਆਂ ਕਰਕੇ। ਭਾਵ ਜਿੰਨੀ 7 ਫੁੱਟ ਬਾਈ 6 ਫੁੱਟ ਦੀ ਜਗ੍ਹਾ ਜਿੰਨੀ ਵੀ ਲਈ ਹੈ, ਔਰ ਉਸ ਜਗ੍ਹਾ ਦੇ ਉੱਤੇ 1.25 ਇੰਚ ਮੋਟੀ ਸੋਨੇ ਦੀ ਤਹਿ ਵਿਛਾ ਕੇ ਉਹ ਜ਼ਮੀਨ ਜਿਹੜੀ ਹੈ ਉਹ ਖਰੀਦਣੀ ਪਈ। ਔਰ ਉਸ ਵੇਲੇ ਦੇ ਹਿਸਾਬ ਨਾਲ ਜੋ ਦੱਸਦੇ ਨੇ ਸਿਆਣੇ ਵੀ 8 ਕਰੋੜ 60 ਲੱਖ ਰੁਪਏ ਦੀ ਉਸ ਵੇਲੇ ਦੀ ਕੀਮਤ ਦੇ ਲਿਹਾਜ਼ ਨਾਲ ਉਹ ਜ਼ਮੀਨ ਸੀ। ਔਰ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਭਾਅ ਵਿਕੀ ਹੋਈ ਜ਼ਮੀਨ, ਜਿਸ ਭਾਅ ਅੱਜ ਤੱਕ ਨਾ ਜ਼ਮੀਨ ਕਦੇ ਵਿਕੀ ਹੈ ਤੇ ਨਾ ਸ਼ਾਇਦ ਇਸ ਭਾਅ ਤੇ ਜ਼ਮੀਨ ਕਦੇ ਗਾਂਹ ਵਿਕੇ, ਉਸ ਜ਼ਮੀਨ ਦੇ ਉੱਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਦੀਵਾਨ ਟੋਡਰਮਲ ਨੇ ਕੀਤਾ। ਔਰ ਸਾਰਾ ਕੁਝ ਆਪਣਾ ਦਾਅ ਤੇ ਲਾ ਦਿੱਤਾ ਹੈ। ਸਿਆਣੇ ਤੇ ਇਹ ਵੀ ਆਖਦੇ ਨੇ ਕਿ ਜਿੰਨੀ ਦੇਰ ਤੱਕ ਸਿੱਖਾਂ ਕੋਲ ਜਿਲਦ ਤੇ ਜ਼ਮੀਨ ਹੈ, ਭਾਵ ਗੁਰੂ ਗ੍ਰੰਥ ਸਾਹਿਬ ਜੀ ਤੇ ਇਹ ਜਿਹੜੀ ਜ਼ਮੀਨ ਜਿਹਦੇ ਉੱਤੇ ਸੰਸਕਾਰ ਕੀਤਾ ਗਿਆ ਸਰਹੰਦ, ਇਹ ਜਿੰਨੀ ਦੇਰ ਤੱਕ ਹੈ ਸਿੱਖ ਕੌਮ ਦਾ ਕਦੇ ਕੋਈ ਵਾਲ ਬਿੰਗਾ ਨਹੀਂ ਕਰ ਸਕਦਾ। ਪਰ ਆਪਾਂ ਇਹ ਵੇਖੀਏ, ਦੇਖੋ ਇੱਥੇ ਗੱਲ ਨਹੀਂ, ਲਾਸ਼ਾਂ ਨੂੰ ਕੋਈ ਮੋਢਾ ਦੇਣ ਨੂੰ ਤਿਆਰ ਨਹੀਂ। ਆਪ ਦੀਵਾਨ ਟੋਡਰਮਲ ਨੇ, ਉਹਨਾਂ ਦੇ ਘਰ ਵਾਲੀ ਨੇ, ਉਹਨਾਂ ਦੇ ਬੱਚੇ ਨੇ, ਉਹ ਰਲ ਕੇ ਜਿਹੜਾ ਹੈਗਾ ਉਹਨਾਂ ਨੂੰ ਸੰਸਕਾਰ ਕਰਨ ਲਈ ਲੱਕੜਾਂ ਇਕੱਠੀਆਂ ਕਰਕੇ ਉੱਪਰ ਰੱਖਿਆ ਔਰ ਸੰਸਕਾਰ ਕੀਤਾ। ਇਹ ਗੱਲ ਵੱਖਰੀ ਹੈ ਕਿ ਪਿੱਛੋਂ ਸਰਕਾਰ ਦੇ ਹੁਕਮ ਨਾਲ ਦੀਵਾਨ ਟੋਡਰਮਲ ਦਾ ਸਾਰਾ ਪਰਿਵਾਰ ਜਿਹੜਾ ਉਹ ਵੀ ਉਜਾੜ ਦਿੱਤਾ ਗਿਆ,
ਪਰਿਵਾਰ ਵੀ ਉਹਦਾ ਖਤਮ ਕਰ ਦਿੱਤਾ ਗਿਆ। ਮੋਤੀ ਰਾਮ ਮਹਿਰਾ, ਇਹਦੇ ਪਰਿਵਾਰ ਨੂੰ ਕੋਹਲੂ ਵਿੱਚ ਪਾਲ ਕੇ ਪੀੜ ਦਿੱਤਾ ਗਿਆ ਔਰ ਇਹਦਾ ਬਿਲਕੁਲ ਘਰ ਘਟ ਤਬਾਹ ਕਰ ਦਿੱਤਾ ਗਿਆ। ਔਰ ਇਹਦੇ ਨਾਲ ਇੱਕ ਹੋਰ ਹੈ ਜਿਹਦੀ ਅੱਗੇ ਚੱਲਾਂਗੇ, ਅੱਲਾ ਯਾਰ ਖਾਂ ਯੋਗੀ, ਜਿਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਕ ਵਿੱਚ ਜਿਨੇ ਨਜ਼ਮਾਂ ਲਿਖੀਆਂ ਗਾਈਆਂ, ਗੈਰ ਮਜ਼ਹਬੀ ਹੋਣ ਦੇ ਬਾਵਜੂਦ ਉਹਦਾ ਹਸ਼ਰ ਵੀ ਤਕਰੀਬਨ ਇਹੋ ਹੋਇਆ। ਹੁਣ ਮੈਂ ਬੇਨਤੀ ਕਰਾਂ, ਮੋਤੀ ਰਾਮ ਮਹਿਰਾ ਜਿਨੇ ਦੁੱਧ ਪਿਲਾਉਣ ਦੀ ਸੇਵਾ ਇੰਨੀ ਔਖੀ ਸਮੇਂ ਵਿੱਚ ਕੀਤੀ, ਉਸ ਮੋਤੀ ਰਾਮ ਮਹਿਰਾ ਦਾ ਜਿਹੜਾ ਘਰ ਸੀ, ਕੌਮ ਉਹਨੂੰ ਵੀ ਸਾਂਭ ਨਾ ਸਕੀ। ਮੋਤੀ ਰਾਮ ਮਹਿਰਾ ਦਾ ਘਰ ਵੀ ਜਿਹੜਾ ਉਹ ਵੀ ਇੱਥੋਂ ਤੱਕ ਵੀ ਇਹਨਾਂ ਨੇ ਆਪ ਲੈ ਕੇ ਜਿਹੜਾ ਹੈਗਾ ਗੁਰਦੁਆਰਿਆਂ ਦੇ ਵਿੱਚ ਰਲਾ ਲਿਆ, ਨਾ ਕਿ ਉਹਨੂੰ ਯਾਦਗਾਰ ਦੇ ਤੌਰ ਤੇ ਸਾਂਭਿਆ। ਹਾਂ ਠੀਕ ਹੈ, ਕਨਾਲ 1.5 ਕਨਾਲ ਜਗ੍ਹਾ ਸੜਕ ਦੇ ਕੰਢੇ ਤੇ ਵੱਖਰੀ ਦੇ ਕੇ ਮੋਤੀ ਰਾਮ ਜੀ ਦੇ ਨਾਂ ਤੇ ਯਾਦਗਾਰ ਬਣਾ ਦਿੱਤੀ। ਔਰ ਸ਼ਾਇਦ ਆਪਾਂ ਸੋਚਦੇ ਹੋਈਏ ਕੌਮ ਵੀ ਬੜਾ ਵੱਡਾ ਅਹਿਸਾਨ ਕੀਤਾ, ਆਪਣਾ ਸਿਰ ਵੱਢ ਕੇ ਵੀ ਮੋਤੀ ਰਾਮ ਮਹਿਰਾ ਦੇ ਅੱਗੇ ਪੇਸ਼ ਕਰ ਦਈਏ, ਤਾਂ ਵੀ ਕੌਮ ਜਿਹੜੀ ਹੈ ਉਹਦਾ ਅਹਿਸਾਨ ਨਹੀਂ ਚੁਕਾ ਸਕਦੀ। ਜਿਨ ਇੱਦਾਂ ਦੇ ਖਤਰਨਾਕ ਸਮੇਂ ਤੇ ਗੁਰੂ ਕੇ ਬੱਚਿਆਂ ਨੂੰ ਕੇਵਲ ਉਹਨਾਂ ਦੀ ਭੁੱਖ ਮਿਟਾਉਣ ਦੀ ਖਾਤਰ ਦੁੱਧ ਦੇ ਕੇ ਤੇ ਆਪਣਾ ਸਰਵੰਸ ਤੱਕ ਕੁਰਬਾਨ ਕਰ ਦਿੱਤਾ ਔਰ ਸਿਰ ਝੁਕਦਾ। ਪਰ ਉਹਦੀ ਯਾਦਗਾਰ ਵੀ ਕੁਛ ਇੱਕ ਸਮਾਜ ਸੇਵੀ ਜਾਂ ਉਹਨਾਂ ਦੇ ਨਾਲ ਸੰਬੰਧਿਤ ਅਦਾਰਿਆਂ ਨੇ ਰਲ ਕੇ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਫੰਡ ਇਕੱਠਾ ਕਰਕੇ ਕੀਤਾ। ਪਰ ਕੌਮੀ ਤੌਰ ਤੇ ਜੇ ਆਪਾਂ ਆਖੀਏ, ਉਹਨਾਂ ਦੀ ਯਾਦ ਉਹ ਬਹੁਤ ਅਰਸਾ, ਕੁਛ ਅਰਸਾ ਪਹਿਲਾਂ ਤੱਕ ਬਿਲਕੁਲ ਨਹੀਂ, ਆਪਾਂ ਬਿਲਕੁਲ ਅਚੇਤ ਰਹੇ, ਉਸ ਗੱਲ ਤੋਂ ਨਹੀਂ ਕਰ ਸਕੇ। ਅੱਗੇ ਆ ਗਏ ਦੀਵਾਨ ਟੋਡਰਮਲ। ਦੀਵਾਨ ਟੋਡਰਮਲ ਨੇ ਜਿਨਨੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਹਿੱਤ, ਸਰਕਾਰ ਨੇ ਤੇ ਕਰ ਦਿੱਤਾ, ਲਾਸ਼ਾਂ ਰੋਲ ਲੈਣ ਦਿਓ, ਲਾਸ਼ਾਂ ਕਾਂ ਕੁੱਤੇ ਖਾ ਜਾਣਗੇ, ਸੰਸਕਾਰ ਕਰਨ ਵਾਲਾ ਕੋਈ ਨਹੀਂ। ਪਰ ਲੇਕਿਨ ਜੇ ਨਿਕਲਿਆ ਆਪਣੀ ਸਾਰੀ ਦੀ ਸਾਰੀ ਪੂੰਜੀ ਜਾਇਦਾਦ ਜਿਹੜੀ ਹੈ ਉਹ ਅਰਪ ਕੇ, 1.25 ਇੰਚ ਮੋਟੀ ਤਹਿ ਸੋਨੇ ਦੀ ਵਿਛਾ ਕੇ ਜੇ ਜ਼ਮੀਨ ਖਰੀਦੀ, ਫਿਰ ਨਾਲ 4 ਬੰਦੇ ਲਾਸ਼ਾਂ ਨੂੰ ਚੁੱਕ ਕੇ ਚਿਤਾ ਤੇ ਖੜਨ ਦੀ ਨਹੀਂ ਮਿਲ ਰਹੇ, ਆਪਣੇ ਪਰਿਵਾਰ ਨੂੰ ਨਾਲ ਲਾ ਕੇ ਜਿਹਨੇ ਲਾਸ਼ਾਂ ਦਾ ਸੰਸਕਾਰ ਕੀਤਾ। ਔਰ ਉਹਦੀ ਬਚੀ ਜਿਹੜੀ ਇੱਕ ਹਵੇਲੀ ਸੀ, ਜਿਹਨੂੰ ਜਿੱਥੋਂ ਛੱਡ ਕੇ ਉਹਨੂੰ ਭੱਜਣਾ ਪਿਆ, ਜਿਹੜੀ ਸਰਹੰਦ ਦੇ ਵਿੱਚ ਹੀ ਆ। ਜੇ ਮੈਂ ਆਪਣੀ ਅੱਖੀਂ ਦੇਖੀ ਹੋਈ, ਕੰਨੀ ਸੁਣੀ ਹੋਈ ਗੱਲ ਜੇ ਮੈਂ ਆਪ ਜੀ ਨਾਲ ਸਾਂਝੀ ਕਰਾਂ, ਸ਼ਾਇਦ ਉਹ ਕਥਾएं ਨਾ ਹੋਵੇ। ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਜਦੋਂ ਉਸ ਨੀਂਹ ਦੇ ਦੁਆਲਾ ਲੱਗਿਓ ਅਸੀਂ ਬਾਹਰ ਨੂੰ ਨਿਕਲਣ ਲੱਗੇ, ਤੇ ਮੇਰੇ ਮਨ ਵਿੱਚ ਇਹ ਲਾਲਸਾ ਸੀ ਕਿ ਆਪਾਂ ਉਸ ਸ਼ਖਸ ਦੀ, ਉਸ ਪਰਉਪਕਾਰੀ ਇਨਸਾਨ ਦੀ ਉਹ ਯਾਦਗਾਰ ਦੇ ਦਰਸ਼ਨ ਜ਼ਰੂਰ ਕਰਨੇ ਨੇ, ਕਿਉਂਕਿ ਪੇਪਰਾਂ ਵਿੱਚ ਇਹ ਗੱਲ ਆ ਚੁੱਕੀ ਸੀ ਉਹਨਾਂ ਦੇ ਉੱਥੇ ਕੋਈ ਹਵੇਲੀ ਹੈ। ਮੈਂ ਗ੍ਰੰਥੀ ਸਾਹਿਬ ਨੂੰ ਬੇਨਤੀ ਕੀਤੀ, ਸਿੰਘ ਸਾਹਿਬ ਇੱਥੇ ਪਤਾ ਲੱਗਾ ਟੋਡਰਮਲ ਦੀ ਹਵੇਲੀ ਹੈ, ਵੀ ਉਹਦੇ ਦਰਸ਼ਨ ਕਰਨੇ ਨੇ, ਕਿਸ ਪਾਸੇ? ਉਹ ਆਖਣ ਲੱਗਾ, ਨਹੀਂ ਐਵੇਂ ਇੱਥੇ ਕੋਈ ਟੋਡਰਮਲ ਦੀ ਯਾਦਗਾਰ ਨਹੀਂ, ਤੁਹਾਨੂੰ ਕਿਸੇ ਨੇ ਗਲਤ ਫਹਿਮੀ ਪਾ ਦਿੱਤੀ। ਜਿਹੜਾ ਮੇਨ ਉੱਥੇ ਦੇ ਗ੍ਰੰਥੀ ਸਾਹਿਬਾਨ ਸਨ, ਉਹਨਾਂ ਨੂੰ ਬੇਨਤੀ ਕੀਤੀ, ਭਾਈ ਸਾਹਿਬ ਇੱਥੇ ਦੀਵਾਨ ਟੋਡਰਮਲ ਦੀ ਕੋਈ ਯਾਦਗਾਰ ਕੋਈ ਹੋਵੇ, ਪਤਾ ਲੱਗਾ ਹਵੇਲੀ ਹੈ। ਆਖਣ ਲੱਗੇ ਨਹੀਂ, ਇੱਥੇ ਯਾਦਗਾਰ ਹੈ ਇਹਨਾਂ ਦੀ ਆ, ਨਾਲ ਹੀ ਪਰੇ ਹਾਲ ਬਣਾਇਆ ਹੋਇਆ ਦੀਵਾਨ ਟੋਡਰਮਲ। ਮੈਂ ਕਿਹਾ ਜੀ ਇਹ ਤਾਂ ਹੁਣ ਬਣਾਇਆ ਸ਼੍ਰੋਮਣੀ ਕਮੇਟੀ ਨੇ, ਉਹਨਾਂ ਦੀ ਆਪਣੀ ਹਵੇਲੀ। ਉਹ ਆਖਣ ਲੱਗਾ ਨਹੀਂ, ਇੱਦਾਂ ਦਾ ਕੁਛ ਨਹੀਂ। ਖੈਰ ਮੁੱਕ ਦੀ ਗੱਲ, ਬਾਹਰ ਆਏ, 1-2 ਬੰਦਿਆਂ ਨੂੰ ਹੋਰ ਸਿੰਘਾਂ ਨੂੰ ਪੁੱਛਿਆ, ਨਹੀਂ ਪਤਾ ਲੱਗਾ। ਫਿਰ ਇੱਕ ਸੱਜਣ ਜਿਹੜੇ ਦੇਖਣੇ ਨੂੰ ਜਥੇਦਾਰ ਲਤਾ ਟਾਈਪ ਲੱਗਦੇ ਸਨ, ਲੀਡਰ ਟਾਈਪ ਲੱਗਦੇ ਸਨ, ਕਿਉਂਕਿ ਉਹਨਾਂ ਦੇ ਨਾਲ ਕੁਝ ਗਨਮੈਨ ਸਨ, ਨਾਲ 10-12 ਹੋਰ ਸਿੰਘ ਜਿਹੜੇ ਅਰਦਲ ਵਿੱਚ ਤੁਰੇ ਹੋਏ ਸਨ, ਉਹਨਾਂ ਨੂੰ ਖੜੇ ਕਰਕੇ ਬੇਨਤੀ ਕੀਤੀ, ਫਤਿਹ ਬੁਲਾ ਕੇ, ਭਾਈ ਸਾਹਿਬ ਜੀ ਇੱਥੇ ਪਤਾ ਲੱਗਾ ਵੀ ਦੀਵਾਨ ਟੋਡਰਮਲ ਦੀ ਕੋਈ ਯਾਦਗਾਰ ਹੈ, ਕੋਈ ਹਵੇਲੀ ਹੈ। ਉਹ ਆਖਣ ਲੱਗਾ ਨਹੀਂ ਜੀ, ਆ ਨਾਲ ਹੀ ਆਪਣੇ ਦੀਵਾਨ ਹਾਲ ਬਣਿਆ ਟੋਡਰਮਲ ਦਾ। ਮੈਂ ਕਿਹਾ ਜੀ ਇੱਥੇ ਬਣਾਇਆ ਵੈਸੇ ਯਾਦ ਵਿੱਚ, ਪਰ ਉਹਨਾਂ ਦੀ ਆਪਣੀ ਕੋਈ ਯਾਦਗਾਰ? ਉਹ ਕਹਿੰਦਾ ਨਹੀਂ ਜੀ, ਇੱਦਾਂ ਦਾ ਕੋਈ ਇੱਥੇ ਨਹੀਂ ਕੁਛ ਵੀ। ਮੈਂ ਕਿਹਾ ਜੀ ਇਹ ਪੇਪਰਾਂ ਵਿੱਚ ਗੱਲ ਛਪ ਚੁੱਕੀ ਆ ਵੀ ਸ਼ਾਇਦ ਉਹਨਾਂ ਦੀ ਇੱਥੇ ਕੋਈ ਹਵੇਲੀ ਆ, ਜਿਹਨੂੰ ਸ਼ਾਇਦ ਜਹਾਜੀ ਹਵੇਲੀ ਜਾਂ ਕੋਈ ਇਸ ਤਰ੍ਹਾਂ ਦੇ ਨਾਂ ਨਾਲ ਪੁਕਾਰਦੇ ਨੇ। ਉਹ ਕਹਿੰਦਾ ਤੁਸੀਂ ਲੋਕੀ ਵੀ ਪਤਾ ਨਹੀਂ ਅਖਬਾਰੀ ਖਬਰਾਂ ਤੇ ਯਕੀਨ ਕਰਕੇ ਤੁਰ ਪੈਂਦੇ ਹੋ ਵੀ ਇਹ ਹਰ ਗੱਲ ਜਿਹੜੀ ਅਖਬਾਰਾਂ 'ਚ ਛਪਦੀ ਸੱਚ ਤੇ ਹੁੰਦੀ ਨਹੀਂ, ਇੱਥੇ ਕੋਈ ਨਹੀਂ ਭਾਈ ਸਾਹਿਬ। ਚਲੋ ਨਿਰਾਸ਼ਾ ਤੇ ਹੋਈ। ਅਸੀਂ ਸੋਚਿਆ ਚਲੋ ਪਿੰਡ ਵਾਲੇ ਪਾਸੇ ਨੂੰ ਮੋੜਦੇ ਹਾਂ। ਪਿੰਡ ਵਾਲੇ ਪਾਸੇ ਨੂੰ ਮੋੜ ਕੇ ਜਦੋਂ ਗੱਡੀ ਤੋਰੀ, 1 ਨੂੰ ਪੁੱਛ, 2 ਨੂੰ ਪੁੱਛ, ਤਕਰੀਬਨ 5-6 ਬੰਦਿਆਂ ਨੂੰ ਪੁੱਛਿਆ, ਜਵਾਬ ਇੱਕੋ ਜਿਹਾ ਹੀ ਮਿਲਿਆ। ਇੱਕ ਸਧਾਰਨ ਜਿਹਾ ਬੰਦਾ ਖੇਤ ਵਿੱਚ ਕੰਮ ਕਰਦਾ, ਉਹਦੇ ਲਾਗੇ ਗੱਡੀ ਖੜੀ ਕਰਕੇ ਪੁੱਛਿਆ ਵੀ ਭਾਈ ਕੋਈ ਇੱਥੇ ਦੀਵਾਨ ਟੋਡਰਮਲ ਦੀ ਕੋਈ ਹਵੇਲੀ ਹੋਵੇ ਪੁਰਾਤਨ? ਪਹਿਲਾ ਜਵਾਬ ਉਹਦਾ ਸੀ ਨਹੀਂ, ਕੋਈ ਐਸੀ ਨਹੀਂ।
ਜਦੋਂ ਤੁਰਨ ਲੱਗੇ ਕਹਿੰਦਾ ਇੱਕ ਇੱਥੇ ਹੈਗੀ, ਉਹਨੂੰ ਜਹਾਜੀ ਵੇਲੀ ਸ਼ਾਇਦ ਕਹਿੰਦੇ, ਕਹਿੰਦਾ ਉਹ ਖੰਡਰ ਜਿਹਾ ਇੱਕ ਹੈਗਾ ਸਾਹਮਣੇ ਉਹ ਦੀਦਾ। ਅਸੀਂ ਕਿਹਾ ਮਿੱਤਰਾ ਇਹੀ ਅਸੀਂ ਦੇਖਣ ਦੀ ਗੱਲ ਕਰਦੇ ਹਾਂ, ਉਹ ਕਿੱਥੇ ਆ। ਜਦੋਂ ਤੁਰਨ ਲੱਗੇ ਤੇ ਉਹ ਕਹਿੰਦਾ ਵੀ ਉੱਥੇ ਕੀ ਦੇਖਣਾ ਤੁਸੀਂ ਭਾਈ ਸਾਹਿਬ, ਉੱਥੇ ਤਾਂ ਐਵੇਂ ਰਸਤਾ ਵੀ ਮਾੜਾ ਗਾਰਾ ਚਿੱਕੜਾ, ਪਰ ਉੱਥੇ ਤਾਂ ਖੰਡਰਾਂ ਤੋਂ ਬਗੈਰ ਕੁਛ ਨਹੀਂ। ਮੈਂ ਕਿਹਾ ਤੇਰਾ ਧੰਨਵਾਦ, ਪਰ ਅਸੀਂ ਖੰਡਰ ਦੇਖਣ ਹੀ ਜਾਣਾ। ਉਸ ਖੰਡਰ ਦੇ ਦਰਸ਼ਨ ਹੀ ਕਰਨੇ ਨੇ ਜਿਹਨੂੰ ਕੌਮ ਨੇ ਕਿੰਨਾ ਕੁ ਸੰਭਾਲ ਕੇ ਰੱਖਿਆ। ਔਰ ਹੈਰਾਨੀ ਦੀ ਗੱਲ, ਜਦੋਂ ਹਵੇਲੀ ਪਹੁੰਚੇ, ਹਵੇਲੀ ਦੇ 4 ਚੁਫੇਰੇ ਤਕਰੀਬਨ 2 ਕਰਮ ਦਾ ਰਸਤਾ, ਕੱਚਾ ਰਸਤਾ, ਔਰ ਉਹਦੇ ਬਿਲਕੁਲ ਕੰਢੇ ਦੇ ਉੱਤੇ ਦੂਜੇ ਪਾਸੇ ਇੱਕ ਸਿੱਖਾਂ ਦਾ ਪਰਿਵਾਰ ਵਸ ਰਿਹਾ ਸੀ। ਦਰਵਾਜ਼ਾ ਖੜਕਾਇਆ ਵੀ ਦੀਵਾਨ ਟੋਡਰਮਲ ਦੀ ਹਵੇਲੀ ਇਹੋ ਹੀ ਆ। ਉੱਥੋਂ ਬੀਬੀ ਜੀ ਇਕੜੀ ਤੇ ਇੱਕ ਬੱਚਾ ਨਿਕਲਿਓ, ਆਖਣ ਲੱਗੇ ਸਾਨੂੰ ਨਹੀਂ ਭਾਈ ਸਾਹਿਬ ਜੀ ਪਤਾ, ਪਰ ਉਹਨਾਂ ਨੇ ਦੱਸਿਆ ਵੀ ਸਾਡੇ ਘਰ ਵਾਲਾ ਉਹ ਪਰੇ ਖੇਤਾਂ ਵਿੱਚ ਪਾਣੀ ਲਾਉਂਦਾ, ਉਹਨੂੰ ਸ਼ਾਇਦ ਪਤਾ ਹੋਵੇ। ਅਸੀਂ ਤੁਰ ਕੇ ਉਹਦੇ ਕੋਲ ਗਏ, ਉਹਨੂੰ ਪੁੱਛਿਆ ਭਾਈ ਸਾਹਿਬ ਜੀ ਵੀ ਇੱਥੇ ਦੀਵਾਨ ਟੋਡਰਮਲ ਦੀ ਹਵੇਲੀ, ਉਹ ਟੋਡਰਮਲ ਦੀ ਹਵੇਲੀ ਤੋਂ ਕੁਝ ਫੁੱਟ ਦੀ ਦੂਰੀ ਤੇ ਰਹਿ ਰਹੇ ਨੇ। ਤੇ ਉਨੀ ਸ਼ੁਕਰ ਦੀ ਗੱਲ ਵੀ ਉਸ ਸ਼ਖਸ ਨੇ ਇਹ ਗੱਲ ਦੱਸ ਦਿੱਤੀ ਵੀ ਹਾਂ ਇਹ ਜਿਹੜੇ ਖੰਡਰ ਨੇ ਦੀਵਾਨ ਟੋਡਰਮਲ ਦੀ ਹਵੇਲੀ ਦੇ ਨੇ। ਗੱਲ ਪੱਕੀ ਹੋ ਗਈ ਵੀ ਇਹੀ ਹੋਈ ਆ। ਜਦੋਂ ਵੇਖਿਆ ਹਵੇਲੀ ਨੂੰ, ਅੰਦਰ ਜੋ ਕੁਝ ਬਣਿਆ ਹੋਇਆ, ਜਿਸ ਢੰਗ ਦੀਆਂ ਗਰਮ ਤੇ ਠੰਡੇ ਪਾਣੀ ਨਾਲ ਇਸ਼ਨਾਨ ਕਰਨ ਵਾਲੀਆਂ ਟਾਇਲਾਂ ਦੇ ਬਣੇ ਹੋਏ ਜਿਹੜੇ ਟੱਬ ਬਣੇ ਹੋਏ ਸਨ, ਜਿਹਦੇ ਪਰ ਖੰਡਰਾਤ ਸਨ, ਉਹ ਸ਼ਾਇਦ ਅੱਜ ਵੀ ਕਿਸੇ ਨੇ ਨਾ ਬਣਾਏ ਹੋਣ। ਬੜੇ ਸੁਚੱਜੇ ਢੰਗ ਨਾਲ ਤੇ ਉਸ ਵੇਲੇ ਦੀ ਇੱਕ ਬੜੀ ਮਹਿੰਗੇ ਢੰਗ ਦੀ ਬਣਾਈ ਹੋਈ ਹਵੇਲੀ, ਪਰ ਲੇਕਿਨ ਬਿਲਕੁਲ ਖੰਡਰ ਅੰਦਰ ਵੜਨ ਲੱਗਿਆ ਵੀ ਇਹਦੇ ਡਰ ਲੱਗੇ ਵੀ ਅੱਜ ਵੀ ਡਿੱਗੀ ਕੱਲ ਵੀ ਡਿੱਗੀ। ਮਤਲਬ ਇੰਨਾ ਕੁਝ ਕਰਨ ਦੇ ਬਾਵਜੂਦ ਜਿਸ ਸ਼ਖਸ ਨੇ ਇੰਨਾ ਕੁਝ ਆਪਣਾ ਦਾਅ ਤੇ ਲਾ ਕੇ ਤੇ ਇੱਕ ਗੁਰੂ ਕੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਜੀ ਦਾ ਸੰਸਕਾਰ ਕੀਤਾ ਤੇ ਆਪਣਾ ਪਰਿਵਾਰ ਸਾਰਾ ਉਜਾੜ ਲਿਆ, ਉਹਦੀ ਯਾਦਗਾਰ ਇੱਕ ਹਵੇਲੀ ਵੀ ਕੌਮ ਅੱਜ ਤੱਕ ਨਹੀਂ ਸਾਂਭ ਸਕੀ। ਉਹਦੇ ਨਾਂ ਦੇ ਉੱਤੇ ਕਈ ਵਾਰ ਕਦੇ ਸਰਕਾਰ ਸੇਵਾ ਕਿਸੇ ਨੂੰ ਦੇ ਦਿੱਤੀ, ਕਦੇ ਕਿਸੇ ਨੂੰ ਦੇ ਦਿੱਤੀ, ਕਦੇ ਅਸੀਂ ਆਪ ਕਰਨੀ ਹੈ, ਪਰ ਹੋਇਆ ਕੁਝ ਨਹੀਂ। ਕਿਉਂਕਿ ਅਸੀਂ ਉਸ ਪਾਸੇ ਤੋਂ ਬਿਲਕੁਲ ਅਵੇਸਲੇ ਹਾਂ। ਸਾਨੂੰ ਉਹਨਾਂ ਚੀਜ਼ਾਂ ਦੀ ਕਦਰ ਕੀਮਤ ਹੀ ਕੋਈ ਨਹੀਂ। ਕੋਈ ਸਾਡੇ ਲਈ, ਅਸੀਂ ਠੀਕ ਹੈ ਇਹ ਤੇ ਗੱਲ ਆਖਦੇ ਹਾਂ, ਸਿੱਖ ਕੌਮ ਬੜੀ ਦਰਿਆ ਦਿਲ ਹੈ, ਅਸੀਂ ਬਦਲਾ ਬੜੇ ਲੈ ਲੈਂਦੇ ਹਾਂ, ਠੀਕ ਹੈ। ਜੇ ਕੋਈ ਸਾਡੇ ਤੇ ਭਾਜੀ ਪਾਈ ਸੀ ਇੱਕੀਆਂ ਦੇ 31 ਮੋੜ ਦਿੰਦੇ ਆ, ਉਹ ਠੀਕ ਹੈ, ਭਾਜੀ ਪਾਈ ਨਿਉਂਦਾ ਪਾਇਆ ਉਹ ਤੇ ਮੋੜ ਦਿੱਤਾ, ਪਰ ਜੇ ਕਿਸੇ ਨੇ ਤੁਹਾਡੇ ਤੇ ਅਹਿਸਾਨ ਕੀਤਾ ਤੇ ਉਹਦੇ ਲਈ ਘੱਟੋ ਘੱਟ ਅਹਿਸਾਨ ਫਰਮੋਸ਼ ਵੀ ਸਾਡੇ ਨਾਲੋਂ ਵੱਡਾ ਸ਼ਾਇਦ ਕੋਈ ਹੋਰ ਨਾ ਮਿਲੇ। ਜੇ ਕਿਸੇ ਨੇ ਕੀਤਾ ਆਪਾਂ ਉਹਦੀ ਕਦਰ ਕੀ ਕੀਤੀ। ਦੀਵਾਨ, ਮੈਂ 2-3 ਜ਼ਿਕਰ ਸਿਰਫ ਦੇ ਇਸ ਕਰਕੇ ਅੱਜ ਦੇ ਵਿੱਚ ਕਰਨ ਲੱਗਾ, ਦੀਵਾਨ ਟੋਡਰਮਲ ਦਾ, ਮੋਤੀ ਰਾਮ ਮਹਿਰਾ ਜੀ ਦਾ, ਜਾਂ ਜਿਸ ਅੱਲਾ ਯਾਰ ਖਾਂ ਯੋਗੀ ਨੇ ਇਹ ਕਰਕੇ ਜਿਹਨੂੰ ਮੁਸਲਮਾਨਾਂ ਨੇ ਵੀ ਬਾਗੀ ਕਰਾਰ ਦੇ ਕੇ ਉਹਨੂੰ ਘਰੋਂ ਕੱਢ ਦਿੱਤਾ, ਆਖਣ ਲੱਗੇ ਤੇਰਾ ਕੋਈ ਕਫਨ ਦਫਨ ਨਹੀਂ ਕਰੇਗਾ। ਉਹਨਾਂ ਬੰਦਿਆਂ ਪ੍ਰਤੀ ਆਪਾਂ ਕੀ ਕੀਤਾ? ਅੱਜ ਤੱਕ ਉਹਨਾਂ ਦੀਆਂ ਯਾਦਗਾਰਾਂ ਨਹੀਂ ਸਾਂਭ ਸਕੇ। ਪਰਿਵਾਰਾਂ ਨੂੰ ਤੇ ਕੀ ਦੇਖਣਾ ਵੀ ਉਹ ਕਿੱਥੇ ਨੇ, ਕਿਵੇਂ ਰਹਿ ਰਹੇ ਨੇ, ਕਿਸ ਹਾਲਤ ਵਿੱਚ ਰਹਿ ਰਹੇ ਨੇ, ਜਦ ਕਿ ਉਹਨਾਂ ਹਾਲਾਤਾਂ ਵਿੱਚ ਇਹ ਗੱਲ ਕਰਨੀ ਕੋਈ ਸੌਖੀ ਨਹੀਂ ਸੀ। ਹਾਂ, ਮੈਂ ਤੀਸਰੀ ਸ਼ਖਸ ਜਿਹਦੀ ਮੈਂ ਗੱਲ ਕਰਨ ਜਾ ਰਿਹਾ ਉਹ ਹੈ ਜੋਗੀ ਅੱਲਾ ਯਾਰ ਖਾਂ। ਦੇਖੋ, ਜੋ ਕੁਛ ਜੋਗੀ ਅੱਲਾ ਯਾਰ ਖਾਂ ਨੇ ਲਿਖਿਆ, ਜਿਸ ਢੰਗ ਨਾਲ ਲਿਖਿਆ, ਮੁਸਲਮਾਨ ਲਿਖਾਰੀ ਹੋਣ ਦੇ ਬਾਵਜੂਦ ਲਿਖਿਆ, ਉਹਨੇ ਦਰਦ ਨਾਲ ਸ਼ਾਇਦ ਕੋਈ ਸਿੱਖ ਲਿਖਾਰੀ ਵੀ, ਮੈਂ ਤਾਂ ਨਹੀਂ ਕਹਿੰਦਾ ਬਿਲਕੁਲ ਹੀ ਨਾ ਹੋਵੇਗਾ, ਪਰ ਉਸ ਭਾਵਨਾ ਨਾਲ ਇਹਨਾਂ ਵਿੱਚ ਡੁੱਬ ਕੇ ਬਹੁਤੇ ਸਿੱਖ ਲਿਖਾਰੀ ਵੀ ਸ਼ਾਇਦ ਇਹ ਗੱਲ ਨਹੀਂ ਲਿਖ ਸਕੇ। ਜਿਨਨੇ ਗੈਰ ਮਜ਼ਹਬੀ ਹੋਣ ਦੇ ਬਾਵਜੂਦ ਇਹ ਗੱਲ ਲਿਖ ਦਿੱਤੀ, ਬਸ ਇੱਕ हिंद में तीर्थ है यात्रा के लिए, कटाए बाप ने बच्चे जहां खुदा के लिए। ਇੱਕੋ ਇੱਕ ਤੀਰਥ ਹੈ ਜੇ ਹਿੰਦੁਸਤਾਨ ਵਿੱਚ ਕਿਸੇ ਨੇ ਜਾਣਾ ਤੀਰਥ ਸਥਾਨ ਤੇ ਉਹ ਥਾਂ ਜਿੱਥੇ ਬਾਪ ਨੇ ਉਸ ਪਰਮੇਸ਼ਰ ਦੇ ਨਾਂ ਤੇ, ਰੱਬ ਦੇ ਨਾਂ ਦੇ ਉੱਤੇ ਆਪਣੇ ਬੱਚੇ ਆਪਣੇ ਕਟਾਲੇ ਸਨ, ਖੁਆਲੇ ਸਨ। ਕਹਿੰਦਾ ਚਮਕ ਹੈ ਮਹਿਰ ਕੀ ਚਮਕੌਰ तेरे जर्रों में, यहीं से बन के सितारे गए समा के लिए। ਐ ਚਮਕੌਰ, ਸੂਰਜ ਵਰਗੀ ਤੇਰੇ ਜਰਰਿਆਂ ਦੇ ਵਿੱਚ ਜਿਹੜੀ ਉਹ ਚਮਕ ਹੈ, ਤੇਰੇ ਜਰਰਿਆਂ ਤੋਂ ਰੋਸ਼ਨੀ ਲੈ ਕੇ ਜਿਹੜੇ ਨੇ ਉੱਪਰ ਤਾਰੇ ਚਮਕ ਰਹੇ ਨੇ। और नाल ये कहता कि मज़ारे गंज शहीदा है उन शहीदों का, फरिश्ते जिनकी तरसते हैं खाक पां के लिए। ये वो थां है जेदी पैरां दी, जेदी चरनां दी धूड़ नूं देवते भी तरसदे ने, जिस थां दी नूं उठाए आंखों से आकर जहां की मट्टी को जो खाक शानते फिरते हैं कीमिया के लिए। कहता आओ ਜਿਹੜੇ ਲੋਕੀ ਰਸਾਇਣ ਭਾਲਦੇ ਫਿਰਦੇ ਨੇ ਵੀ ਅਸੀਂ ਰਸਾਇਣ ਲੱਜਣੀ ਹੈ, ਰਸਾਇਣ ਬਣਾਉਣੀ ਹੈ, ਉਹ ਕਹਿੰਦਾ ਇੱਥੋਂ ਦੀ ਮਿੱਟੀ ਨੂੰ ਆ ਕੇ ਚੁੰਮੋ, ਮਸਤਕ ਤੇ ਲਾਵੋ, ਇਹ ਰਸਾਇਣ ਨਾਲੋਂ ਵਧੀਆ।
जे वो जहां 40 तन शहीद होए, खिताबे सरवरी ਸਿੰਘੋਂ ने सर कटा के लिए। ਇਹ ਉਹ ਥਾਂ ਹੈ ਜਿੱਥੇ 40 ਸਿੰਘਾਂ ਨੇ ਸਿਰ ਕਟਾ ਕੇ ਸਰਦਾਰੀ ਦੇ ਖਿਤਾਬ ਰੁਤਬੇ ਪ੍ਰਾਪਤ ਕੀਤੇ। दलाई पंथ को सरबाजियों से सरदारी, बराए कौम जे रुतबे लहू बहा के लिए। ਸੀਸ ਭੇਟ ਕਰਕੇ ਕੌਮ ਦੀ ਖਾਤਰ ਇਹ ਰੁਤਬੇ ਉਹਨਾਂ ਨੂੰ ਹਾਸਲ ਹੋਏ ਨੇ। ਕਹਿੰਦਾ ਐਵੇਂ ਰੁਤਬੇ ਹਾਸਲ ਨਹੀਂ ਹੋਏ। ਨਾਲ ਉਹ ਲਿਖਦਾ ਗਿਲਾ नहीं तो तवज्जो दिलाना चाहता हूँ, अपील करता हूँ ਸਿੰਘੋਂ की करबला के लिए। ਕਿਸੇ ਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਤੁਹਾਡਾ ਧਿਆਨ ਕਹਿੰਦਾ ਦਿਵਾਉਣਾ ਚਾਹੁੰਦਾ। ਜਿਸ ਕਰਬਲਾ ਦਾ ਜ਼ਿਕਰ ਸਾਡੇ ਕਹਿੰਦਾ ਧਰਮ ਵਿੱਚ ਆਇਆ, ਇਹ ਸਿੱਖਾਂ ਦੀ ਕਰਬਲਾ ਹੈ। जिस थां दी मैं कहता गल करन जा रहे हैं, गलत एक हरफ हो जोगी तो फिर हज़ारों में जवाब दे हूँ, सुखना हाय ना रवां के लिए। एक भी गल कहता मैं गलत आखां तो मैं ज्ञानवाना दी महफिल बैठ के हथ जोड़ के मुआफ़ी मंगांगा, कोई भी मैनू गलत साबित कर जाए। हालात जंग दे लिख रहा है, चमकौर दी जंग दे सिंह गए ने। जिक्र बड़ा लंबा चौड़ा पर मैं विचों टूक मात्र आप जी नाल साझा कर रहे हैं। ਉਹ ਆਖਦਾ ਚਮਕੌਰ ਦੀ ਗੜੀ ਵਿੱਚ ਸਿੰਘ ਗਏ ਨੇ ਜਦੋਂ, ਤੇ ਉਥੋਂ ਦੇ ਹਾਲਾਤ ਕਹਿੰਦਾ ਖਾਣਾ ਕਈ ਵਕਤੋਂ ਸੇ ਮੌਸਰ ਨਾ ਥਾ ਆਇਆ, ਇਸ ਸ਼ਾਮ ਵੀ ਸ਼ੇਰੋਂ ਨੇ ਕੜਾਕਾ ਹੀ ਉਠਾਇਆ। ਕਈ ਦਿਨਾਂ ਦੇ ਕਈ ਮੁੱਦਤਾਂ ਦੇ ਭੁੱਖੇ ਸਨ, ਪਰ ਉਸ ਸ਼ਾਮ ਵੀ ਉਹਨਾਂ ਨੂੰ ਰੋਟੀ ਨਸੀਬ ਨਹੀਂ ਹੋਈ। ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਵਿਛਾ ਕਰ, ਪਹਿਰਾ ਲਗੇ ਦੇਨੇ ਕਈ ਤਲਵਾਰ ਉਠਾ ਕਰ। ਕਈ ਘੋੜੇ ਦੀ ਜੀਨ ਦਾ ਕੱਪੜਾ ਜਿਹੜਾ ਥੱਲੇ ਸਿਰ ਦੇ ਰੱਖ ਕੇ ਲੰਮੇ ਪੈ ਗਏ, ਤੇ ਕਈ ਜਿਹੜੇ ਸੀ ਉਹ ਫਿਰ ਪਹਿਰਾ ਦੇਣ ਲੱਗ ਪਏ। गोविंद भी शाबाश हुए खेमा में जाकर, देखा तो वहां बैठे हैं गर्दन को झुका कर। गुरु गोबिंद सिंह साहब भी कहते अपने खेमे दे अंदर चले गए आराम करन दी खातर, ते की देखिया बैठे हुए ने नीवी पा के बैठे हुए ने, किसी दी याद विच मस्त ने, किसी दी याद विच कुछ गुणगुणा रहे ने। देखिया ते की देखिया, कहंदा वाहिगुरु वाहिगुरु है मुंह से निकलता है, तू ही तू है मुंह से निकलता। कर की रहे ने, उस परमेश्वर का शुक्र कर रहे ने, उन्होंने याद कर रहे ने। ते अखीर फिर गुरु गोबिंद सिंह साहब जी ने की कीता। योगी अल्लाह यार खान लिखदा, जब 1.5 घड़ी गई जिक्रे खुदा में, खैमे से निकले आए सरकार हवा में। जदों 1.5 घड़ी बीती रब दे सिमरन करदियां होयां ते सतगुरु आप खेमे तो बाहर निकले। कदमों से टहलते थे मगर दिल था दुआ में, बोले है खुदाबंद हूँ खुश मैं तेरी रजा में। कहंदे पैरां नाल ते तुर रहे सन, पल दिल अरदास विच जुड़िया होया सी, और एक शुक्र कर रहे सन, परमेश्वर मैं तेरी रजा विच खुश हूँ, जिथे तू रख रहे हैं मैनू ओह भाणा जिहड़ा मैं ओहदे विच ही रजा विच तेरी विच राजी हाँ। करतार से कहते थे गोवा रूबरू होकर, कल जाऊंगा चमकौर से मैं सुरखरू होकर। करतार नूं परमेश्वर नूं सन्मुख होके गल आख रहे ने, परमेश्वर ये वो थां है जिथों मैं सुरखरू होके बिल्कुल फारग होके वेला होके मैं इथों निर्भार होके इथों जिथों जावांगा। मैं तेरा हूं बच्चे भी मेरे तेरे हैं मौला, थे तेरे ही हैं तेरे रहेंगे तेरे दाता। जिस हाल में रखे तू वही हाल है अच्छा, जुद शुक्र कोई आने का जवाब पर नहीं शिकवा। तेरे बच्चे ने तैनू सुपुर्द करने ने, मेरा इहदे विच कुछ नहीं, तेरा तुझको सौंपते क्या लागे मेरा। बिना शुक्र तो किसी तरह का शिकवा जोगी अल्लाह यार खां कहंदा जवान ते गुरु गोबिंद सिंह साहब जी दे नहीं आया। लेटे हुए हैं खालसा जी आज जमी पर, किस तरह से चैन आई हमें शाही नशी पर। जे मेरे पुत्र मेरे वर्गे खालसे जिहड़े ने ਉਹ ਭੁੰਜੇ ਧਰਤੀ ਤੇ ਸੁੱਤੇ ਹੋਏ ਨੇ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਦੀ ਦਸ਼ਾ ਬਿਆਨ ਕਰ ਰਿਹਾ। ਉਹ ਆਖ ਰਹੇ ਨੇ ਮੈਂ ਬਿਸਤਰ ਤੇ ਕਿਵੇਂ ਸੌਂ ਸਕਦਾ। ਫਿਰ ਹੋਇਆ ਕੀ, ਕਹਿੰਦਾ ਜੇ ਕਰਕੇ ਗੁਰੂ ਲਸ਼ਕਰ ਖੁਫਤਾ में दर आए, ਪਹਿਰੇ में जवां ऊँघते अक्सर नजर आए। ਕਹਿੰਦਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਚੁੱਪ ਚਪੀਤੇ ਸੁੱਤੀਆਂ ਹੋਈਆਂ ਉਹਨਾਂ ਸਿੰਘਾਂ ਦੇ ਕੋਲ ਦੀ ਬਾਹਰ ਨੂੰ ਲੰਘਣ ਲੱਗੇ, ਤੇ ਕੁਛ ਪਹਿਰੇਦਾਰ ਥਕੇਵੇਂ ਦੇ ਮਾਰੇ ਹੋਏ, ਕੁਦਰਤੀ ਹੈ ਕਈਆਂ ਦਿਨਾਂ ਦਾ ਭੁੱਖ ਉਣੀਂਦਰਾ ਔਰ ਲੜਾਈ ਦੇ ਵਿੱਚ ਜੰਗ ਦੇ ਮੈਦਾਨ ਵਿੱਚ ਉਹ ਕਿਤੇ ਪਹਿਰਾ ਦਿੰਦੇ ਹੋਏ ਊਂਘਦੇ ਵੀ ਨਜ਼ਰ ਆਏ।
कहता यूं हर जगह खामोश गए बेखबर आए सोए हुए बच्चों के करीब जो पिदर आए। इस तरह लोकां उन्हां ਸਿੰਘਾਂ ਦੇ ਲਾਗਿਓਂ ਦੀ ਉਹ ਲੰਘਦੇ ਗਏ ਜਿੱਦਾਂ ਸੁੱਤੇ ਹੋਏ ਬੱਚੇ ਦੇ ਲਾਗਿਓਂ ਦੀ ਪਿਤਾ ਪੋਲੇ ਪੋਲੇ ਪੈਰੀ ਲੰਘਦਾ। कहता गर्ज के दबे पांव टहलने लगे सतगुरु भगती से मरीदों की बहलने लगे सतगुरु। दबे पैरां नाल गुरु गोबिंद सिंह साहब सच्चे पातशाह उन्हां दे लागियों दी लंघे ते जेड़े उन्हां दे मुरीद जेड़े सिख सन उन्हां दी उस करनी ते उन्हां दी बंदगी ते उन्हां ने जो कुछ कीता उहनूं महसूस करते हुए लागियों दी जा रहे ने। कहंदे साफे कभी सिंहों के उठाते से जमी से केस इसके जो झाड़े तो ली खाक उसकी जमी से। ਸਿੰਘਾਂ ਦੇ ਜਿਹੜੇ ਸਾਫੇ ਪਰਨੇ ਕਮਰ ਕੱਸੇ ਇੱਧਰ ਉੱਧਰ ਹੋਏ ਸਨ ਉਹਨਾਂ ਨੂੰ ਇੱਕ ਪਾਸੇ ਸੇਧ ਵਿੱਚ ਕਰਦੇ ਜਾਂਦੇ ਨੇ, ਉੱਪਰ ਦਿੰਦੇ ਜਾਂਦੇ ਨੇ। ਕਿਸੇ ਨਾ ਕਿਸੇ ਦੀ ਮਸਤਕ ਤੇ ਉੱਤੋਂ ਧੂੜੀ ਲੈ ਕੇ ਆਪਣੇ ਮੱਥੇ ਨੂੰ ਲਾਉਂਦੇ ਨੇ। ਕਹਿੰਦੇ ਸਰ ਠੀਕ ਕੀਏ ਸਰਕੇ ਹੋਏ ਬਾਲਿਸ਼ ਜੀ ਸੇ ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀਂ ਸੇ। ਜਿਹੜੇ ਕਾਠੀ ਦੇ ਨਾਲ ਜਿਹੜੇ ਸਿੰਘ ਸਿਰ ਰੱਖ ਕੇ ਸੁੱਤੇ ਹੋਏ ਸਨ ਉਹਨਾਂ ਦੇ ਸਿਰ ਕਿਤੇ ਇੱਕ ਪਾਸੇ ਨੂੰ ਜੇ ਸਰਕ ਗਏ ਉਹਨਾਂ ਸਰਕੇ ਹੋਏ ਸਿੰਘਾਂ ਦੇ ਸੀਸ ਠੀਕ ਕਰ ਰਹੇ ਨੇ, ਕੇਸ ਠੀਕ ਕਰ ਰਹੇ ਨੇ। ਉਹਨਾਂ ਨੂੰ ਥਾਂ ਤੇ ਜਿੱਥੋਂ ਕਿਸੇ ਨੂੰ ਲੱਗਦਾ ਹੈ ਥੋੜਾ ਔਖ ਵਿੱਚ ਪਿਆ ਹੋਇਆ ਇੱਕ ਪਾਸੇ ਨੂੰ ਪਿਆ ਹੋਇਆ ਉਹਨੂੰ ਸਿੱਧਾ ਕਰਕੇ ਲੰਮਾ ਪਾ ਰਹੇ ਨੇ ਤੇ ਹਰ ਚੀਜ਼ ਨੂੰ ਦੇਖਦੇ ਨੇ ਆਪ ਆਪਣੀਆਂ ਮੁਬਾਰਕ ਅੱਖਾਂ ਨਾਲ। ਕਹਿੰਦਾ ਹਾਸ਼ ਕਿਸੇ ਮੁਰਸ਼ਦ ਮੇਂ ਈਸਾਰ ਨਹੀਂ ਹੈ ਜੇ ਪਿਆਰ ਕਿਸੇ ਪੀਰ ਮੇਂ ਜਨਹਾਰ ਨਹੀਂ ਹੈ। ਕਹਿੰਦਾ ਹਰਗਿਜ਼ ਕਿਸੇ ਮੁਰਸ਼ਦ ਵਿੱਚ ਇੰਨਾ ਪਰਉਪਕਾਰ ਨਹੀਂ ਤੇ ਕਿਸੇ ਮੁਰਸ਼ਦ ਵਿੱਚ ਆਪਣੀ ਉਮਤ ਪ੍ਰਤੀ ਇੰਨਾ ਪਿਆਰ ਹੈ ਨਹੀਂ। ਮੈਂ ਨਹੀਂ ਕਹਿੰਦਾ ਵੇਖਿਆ ਨਾ ਕੋਈ ਦੇਖੇਗਾ। ਫੇਰ ਉਹ ਆਖਦਾ ਹੋਇਆ ਕਿ ਕਹਿੰਦਾ ਜਿਨ ਸਿੰਘੋਂ ਨੇ ਕੱਲ ਮੌਤ ਕੇ ਸਾਹਲ ਥਾ ਉਤਰਨਾ ਕੱਲ ਸੁਬਹ ਥਾ ਜਿਨ ਖਾਲਸੋਂ ਨੇ ਜੰਗ ਮੇਂ ਮਰਨਾ। ਕਹਿੰਦਾ ਉਹ ਸਿੰਘ ਜਿਨ੍ਹਾਂ ਨੇ ਕੱਲ ਮੌਤ ਦੇ ਘਾਟ ਉਤਰ ਜਾਣਾ, ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਣੀਆਂ ਨੇ ਜੰਗ ਦੇ ਮੈਦਾਨ ਵਿੱਚ। बाली शहीदों के हुआ जब के गुजरना मुश्किल हुआ इस जा से कदमे आगे धरना। कहता जदों सिर बलदी हो के उन्हां दे निंगण लगे ना कुछ ਸਿੰਘਾਂ ਦੇ उन्हां दी हालात वेखी किस ढंग नाल उन्हां ने अपने शरीर ते फट सहे होए ने ते किवें ਉਹ आराम कर रहे ने। जदों उन्हां दी कुर्बानी वेखी उन्हां दी यान सारी वेखी ते कहंदे मुश्किल हो गया उन्हां दा अगे कदम धरना। चूबा चूमा कभी हलकूम दहन चूमने बैठे जब पायती आए तो चरण चूमने बैठे। कहते जदों लागियों दी लंघण लगे किसी का गला चुमते हैं ते कईयां दी अत दी बहादरी वेख के जख्म वेख के उन्हां दी कुर्बानी वेख के जदों उन्हां दे पैरां वल दे पासियों दी लंघे ने ते कहंदे उन्हां दे पैरां दी धूड़ भी चुक के साहिबां ने मत्थे नूं लाई कि मेरे वो ने पुत्र जिन्हां ने मेरी खातर धर्म दी खातर शहादत देण दा ਵੀੜਾ ਚੁੱਕਿਆ ਹੋਇਆ, ਸ਼ਹਾਦਤ ਦੇਣ ਦਾ ਪਰਣ ਕੀਤਾ ਹੋਇਆ ਔਰ ਸ਼ਹਾਦਤ ਦੇਣ ਲਈ ਤੁਰੇ ਹੋਏ ਨੇ ਔਰ ਉਹ ਨੇ ਜਿਨ੍ਹਾਂ ਨੇ ਹੁਣ ਤੱਕ ਸਾਰਾ ਦਰਦ ਆਪਣੇ ਸਰੀਰ ਤੇ ਹੰਡਾਇਆ। ਕਹਿੰਦਾ याकूब को यूसुफ के बिछड़ने ने रुलाया साबर कोई कम ऐसा रसूलों में है आया। ਕਹਿੰਦੇ ਠੀਕ ਹੈ ਯਾਕੂਬ ਨੂੰ ਪੈਗੰਬਰ ਮੰਨਦੇ ਨੇ ਪਰ ਇੱਕ ਪੁੱਤਰ ਉਹਦਾ ਵਿਛੜਿਆ ਰੋ ਰੋ ਕੇ ਇੰਨਾ ਹੋ ਗਿਆ। पर अज तक कोई संतोखी अवतारां विच कोई इदां दा नहीं आया जिन्हें इन्ना जिगरा कर लिया होवे, इन्ना कुछ मन ते सह के भी कोई गिला ना कीता होवे। कटवा के पिसर चार कहंदा एक आंसू ना गराया रुतबा गुरु गोबिंद ने ऋषियों का बढ़ाया। जिन्हें 4 पुत्र कुर्बान करके भी एक आंसू अख दे विचों ना आउण दिता होवे, परमेश्वर दा शुक्र कीता होवे, सारा कुछ घर घट लुटा के भी सब कुछ परमेश्वर दे अगे सीस नौड़ाया होवे। शुक्र है सतगुरु तेरी रजा विच राजी हाँ। और इहो जिहा कहंदे ने किसी अवतारां विच किते नहीं। कहंदे ठीक है ते सुणदे आए सी भी कटवा दिए शिश शाम ने गीता सुनाकर रूफूक दी गोबिंद ने औलाद कुटाकर। सुणदे सां उपदेश दे के ते अपने शिशां नूं अपने चेलियां नूं ते जंग दे मैदान विच लड़ाउंदा कोई देखिया सी पर अपने पुत्रां नूं तोरदा इतिहास विच कहंदा कदे जिक्र नहीं आया। ਵੱਡੇ ਪੁੱਤਰ ਨੂੰ ਜੰਗ ਨੂੰ ਤੋਰਨ ਲੱਗੇ ਨੇ ਉਸ ਵੇਲੇ ਦਾ ਜ਼ਿਕਰ ਜੋ ਜੋਗੀ ਅੱਲਾ ਯਾਰ ਖਾਂ ਆਖ ਰਿਹਾ ਸਾਹਮਣੇ ਆਇਆ। ਆਗਿਆ ਮੰਗੀ ਤੇ ਇਹ ਨਹੀਂ ਆਖਿਆ ਬੇਟਾ ਠਹਿਰ ਜਾ ਅਜੇ ਹੋਰ ਸਿੰਘ ਬਚੇ ਹੋਏ ਨੇ ਉਹਨਾਂ ਨੂੰ ਜਾ ਲੈਣ ਦੇ, ਉਹ ਤੋਂ ਬਾਅਦ ਆਪਾਂ ਦੇਖਾਂਗੇ ਜੇ ਸ਼ਾਇਦ ਇੱਥੋਂ ਨਿਕਲ ਸਕੇ ਨਿਕਲ ਜਾਾਂਗੇ,
नहीं तो चलो जे कोई ना चारा चलिया फिर शहादत बेटा दे दी। नहीं, आप हथी तोरिया, आप शस्त्र सजाए ने, आप जंग के मैदान में तोड़ के आख रहे ने लो जाओ सिधारो तुम्हें अल्लाह को सौंपा, मर जाओ जा मारो तुम्हें अल्लाह को सौंपा, रब को ना बसारो तुम्हें अल्लाह को सौंपा, सिक्खी को उभारो तुम्हें अल्लाह को सौंपा। जा बेटा जा, तेरा परमेश्वर सहाय, तेरे परमेश्वर सहाय होवे। जा जाके आप धर्म का युद्ध कर, जा अपने शरीर ते फट खा, जा दूसरिਆਂ ਨੂੰ मार, जा तेरा परमेश्वर सहाय तेरे होवे। वाहिगुरु अब जम की हिम्मत तुम्हें बख्शे, प्यासे हो जाते जा में शहादत तुम्हें बख्शे। जा बेटा तेनू जंग करन दी हिम्मत बख्शे परमेश्वर, ते जे पुत्रा प्यास लगे ते उत्थे फिर तू शहादत दा जाम पी के अपनी प्यास बुझा ले। बेटा हो तुम ही मेरे पंथ के बेड़े के खवैया, सर भेंट करो ताकि चले धर्म की नैया। जा बेटा मेरे पंथ दी बेड़ी दा मला तू है, ते जा अपना सिर दे, सिर दा चप्पू ला के इस बेड़ी नू तू होर अगे इस मंझतार विचों अगे कढ़ दे। कहंदे ले दे के तुम ही थे मेरे गुलशन के बकैया, ले जाओ कि राह तकते हैं सब खल्द में भैया। दो बिछड़ गए ने, पता नहीं उन्हों का की हशर होना है, कित्थे गए ने, बचे हुए ने, शहीद हो गए ने, कोई पता नहीं छोटियां दा। पर दो ही हो तुसी मेरे कोल, ले दे के पर जाओ सीस भेंट कर दिओ ताकि धर्म की बेड़ी जिहड़ी है ये चले। मेरे बगीचे विच गुरु गोबिंद सिंह साहब आखदे ने तुसी मेरे बाकी दे फुੱਲ सी, पर जाओ उपर सचखंड विच तुहाडे भरावां वर्गे जिहड़े ने सिख जिहड़े नाल शहीद होए ने ਉਹ ਤੁਹਾਡੀ इंतजार कर रहे ने, तुसी भी उन्हां दा साथ दिओ। ते देखो गुरु गोबिंद सिंह साहब सच्चे पातशाही दा जेरा, वो आखदे ने ख्वाहिश है तुम्हें तेग चलाते हुए देखे, हम आंख से बर्शी तुम्हें खाते हुए देखे। मेरी इच्छा है, मेरी चाहना बच्चिया, मैं तेनू जंग दे मैदान विच तेग चलाउंदियां वेखां, तेनू पिठ देंदियां ना वेखां, तेरे सीने विच बर्शी वजदी वेखां। ये केवल गुरु गोबिंद सिंह साहब सच्चे पातशाह ही कर सकता है, कोई होर नहीं कर सकता। एक शहादत दे गया, दूजा फेर आ गया। ते योगी अल्लाह यार खां दी अपनी उडारी, वो आखदा जदों छोटे नू गया, छोटे नू तोड़िया, उन्हें 10-20 को जख्मी किया, 10-20 को मारा, एक हमले ने में एक ने 21 को मारा। कहंदा गया मैदाने जंग विच 2-2 4-4 10-10 बंदियां नू मारदा कला तुरिया जा रहा है। खन्नास को मारा, कभी अबलीस को मारा, गुल मच गया कि एक तिफल ने 40 को मारा। कहंदा कदी दिवां वर्गे इंसानां नू मारिया, कदी शैतानां वर्गे इंसानां नू उन्हें मारिया। रौला पै गया, वो एक बच्चा कला 40-40 बंदियां नू इकट्ठियां नू मारी जा रहा। कहंदा बच बच के लड़ो कलगियां वाले के पिसर से जे नीम चाल आए हैं गुरु जी की कमर से। वो बच के लड़ो, ये गुरु गोबिंद सिंह साहब का छोटा साहिबजादा जिन्हों तेगा जिहड़ा गुरु गोबिंद सिंह साहब ने अपने कमर कस्से विचों कढ़ के दिता है। ते गुरु गोबिंद सिंह जी दे इस कुर्बानी का जिक्र करते हैं, वो जोगी अल्लाह यार खां अखीर ते जो तत्सार कढ़दा है, जो नतीजा कढ़दा है, वो कहंदा इंसाफ करे जी में जमाना तो यकीन है। जे इंसाफ दे तराजू विच रख के जमाने ने गल तोलनी होवे ते मैं दावे नाल कह सकदा कि कह दो गुरु गोबिंद का सानी नहीं है। कह दो कि गुरु गोबिंद सिंह साहब जी का सच्चे पातशाह का सानी कोई नहीं। गुरु गोबिंद सिंह साहब जी का की, गुरु गोबिंद सिंह साहब जी के पुत्रां का सानी भी अज तक संसार ने पैदा नहीं किया। जे प्यार मुरीदों से, जे शफकत भी कहीं है, भगती में गुरुवर्ष है, संसार जमी है। इदां दी कृपालता किसी अवतार विच नहीं कहंदा। जे बाकी दे आपां ला लईए, कहंदा भी फर्श ने ते गुरु जिहड़ा वो अर्श है। उल्फत में उल्फत के जे जज्बे, कहंदा नहीं देखे कभी हमने, है देखना एक बात सुने भी नहीं हमने। इदां दे प्यार दे इजहार, इन्ना प्यार अपने सिखां प्रति, कहंदा मैं कदे नहीं देखिया जिंदगी विच। देखना ते की, कहंदा मैं कदे सुनिया भी नहीं, जिन्ना गुरु गोबिंद सिंह साहब जी ने अपने सिखां नाल कीता। ते अखीर कहंदा करतार की सौगंध है, नानक की कसम है, सौं खा के कहंदा मैं उस खुदा दी ये गल आखदा कि जितनी भी हो गोबिंद की तारीफ वो कम है। गुरु गोबिंद सिंह साहब जी की तारीफ जिन्नी भी कर लीए वो घट है। कहंदा हर चंद मेरे हाथ में पुरजोर कलम है,
सतगुर के लिखूं वसब कहां ताबे रकम है। कहता मेरे हथ विच कलम है, ये कोई शक नहीं, ये बड़ी शक्ति है। मैं कलम नाल बड़ा जोरदार इतिहास लिख सकदा, बड़ी जोरदार कविता लिख सकदा। पर कहता गुरु गोबिंद सिंह साहब जी दे जे मैं इतिहास ते मारां ते फिर उन्हां दी तारीफ लिखनी होवे, मेरे विच शक्ति नहीं। उत्थे मेरी कलम भी ये जवाब दे जाती है। कारण कहता एक आंख से क्या बुलबुला कुल बहर को वेखे, सागर साहिल को मंझ धार को जां लहर को देखे। पानी दे समुंदर दी हिक उत्ते उठिया होया एक छोटा जिहा बुलबुला, वो अपनी एक छोटी जी एक अख दे नाल वो समुंदर की गहराई नूं वेखेगा, समुंदर की विशालता नूं वेखेगा, समुंदर दीयां लहरां उठदियां नूं वेखेगा, जां अपने आप वल वेखेगा, जां समुंदर के कंढियां वल नूं वेखे। कहंदा इन्ना कुछ उहदे विच समर्था नहीं कि वह सारा कुछ वेख सके। ते गुरु गोबिंद सिंह साहब सच्चे पातशाह जी के बारे केवल इन्ना ही है, आख सकते हैं। वह कहंदा भी जैसा तू तैसा तू ही, क्या उपमा दीजै। ते जिन्हां गुरु प्यारे ने चमकौर साहब के दर्शन किए होण, उन्होंने गुरुद्वारा साहब के मुख दरवाजे के उपर ये तुकां लिखियां भी जरूर देखियां होणगियां, वाचियां होणगियां कि बस एक हिंद में तीर्थ है यात्रा के लिए, कटाए बाप ने बच्चे जहां खुदा के लिए। ये ना तो गुरबाणी की तुक है, ना किसी सिख शायर की तुक है। ये तुकां उस अनन भगत अनन मुरीद गुरु गोबिंद सिंह साहब जी के जोगी अल्लाह यार खीद खां की लिखत है, जिहड़ी उस जिन्हों ये नसीब होया गुरुद्वारे के मुख दरबार के उत्ते सुशोभित होने का। पर हैरानी इस गल की है कि चूंकि मुसलमान कवि सी ते गुरु गोबिंद सिंह साहब जी तारीफ विच इन्हें बड़ा कुछ लिखिया है, बड़ा कुछ गाविया। और यह अनारकली बाजार विच लाहौर रहिंदा सी ते गुरु गोबिंद सिंह साहब जी की सिफत लिखण करके मौलानिया ने इनू फतवा दे दिता, जां ते तू इस गल की मुआफ़ी मंग लै, नहीं तो तेनों असीं अपने धर्म तो बेदखल कर दिता जाएगा, बरादरी जो तेनों शेक दिता जाएगा। और एक गल याद रखी, तेरा कफन दफन भी कोई नहीं करेगा ते तेनों मुहम्मद साहब की गोद भी नसीब नहीं होगी। ते योगी अल्लाह यार खां ओदा जवाब सी, कहंदा देखो मेरा कफन दफन नहीं करना ना करो, मेरी लाश रुलदी ते रुलदी रहन दिओ, मैनू मुहम्मद साहब की गोत नसीब नहीं होएगी। ये ठीक है, मैनू गिला होवेगा, पर मैनू खुशी होवेगी कि मैनू गुरु गोबिंद सिंह साहब सच्चे पातशाह जी की गोद ते नसीब है। इस करके मैं गुरु गोबिंद सिंह साहब जी प्रति जो कुछ लिखिया मैं सच लिखिया, मैं उसकी हरगिज मुआफ़ी नहीं मंगागा। और देखो जोगी अल्लाह यार खां ਉਹਦੇ प्रति भी असी कोई यादगार नहीं बना सके, बहुता बच्चों नूं नहीं दस सके, ना मोती राम मेहरे बारे दस सके, ना दीवान टोडरमल बारे दस सके। देखो ये शहादत इदां दियां ने, कल्ले जयकारे छड्डण नाल लंगर लाउण नाल नहीं गल बननी। देखो लोड़ है अज उस चीज़ नूं महसूस करन दी, अपने बच्चों नूं महसूस करवाउण दी। और ये गथावां इदां दियां ने जे आपां अपने बच्चों नूं दस दईए कदे भी सिੱਖੀ तो दूर नहीं हो सकते। सतगुरु मेहर करन, बख्शिश करन, सानू ये तौफीक देण। असीं जो किसी ने साडे उत्ते एज ए कौम जो एहसान कीता, चूँकि दूसरे धर्मां दे हुंदियां होइयां जे कुर्बानी किसी ने साडे भरावां दी खातर गुरु साहिबान दी खातर कीती है तो साडे ते एहसान ही है, इहदे च कोई दो रामा नहीं। आओ उस मजहब दे नहीं मनते नहीं, पर लेकिन निश्चा इन्ना भरोसा इन्ना तिन्ने ही जिहड़े ने वो ठीक है शरधा भावना करके सिख ने, पर तिन्ना विचों कोई अमृतधारी नहीं। और उन्होंने जो कुछ कुर्बानी की है और कौम का फर्ज बनता है उन्होंने याद रखे, और उन्होंने जिथे यादगारी निशान बन उत्थे अपने बच्चों भी इस उन्होंने बारे दस सकीए। बाकी जो शहीदी साके प्रति मैं जरूर फिर हथ बन के बेनती करांगा, इन्हों आपे मेला नमा ना बन दईए। ये बजाए इस गल के उच्ची उच्ची जयकारे छड्डीए, बजाए इस गल के असीं बहुती भांतां दे लंगर बनाइए, एक गाथा अपने बच्चों के घर घर तक आपां पहुँचा दईए। अपने माहौल नूं मन ते उस चीज़ नूं उस दर्द नूं हंडा के वेखीए
ਜੇ ਲੈਣਾ ਸਬਕ ਤੇ ਆ ਤਾਜੀਏ ਕੱਢਦੇ ਨੇ ਜਦੋਂ ਹਸਨ ਹੁਸੈਨ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਨੇ, ਇਹਨਾਂ ਤੋਂ ਕਿਤੇ ਲੈ ਕੇ ਵੇਖੀਏ ਕਿਵੇਂ ਅੰਦਰੋਂ ਬਾਹਰੋਂ ਪੀੜਤ ਹੋ ਕੇ ਉਸ ਗੱਲ ਨੂੰ ਦਰਸਾਉਂਦੇ ਨੇ। ਜੇ ਮਨ ਮਹਿਸੂਸ ਨਹੀਂ ਕਰਦਾ ਤੇ ਤਨ ਤੇ ਅਸਰ ਨਹੀਂ ਪਵੇਗਾ। ਸਤਿਗੁਰੂ ਕਿਰਪਾ ਕਰਨ, ਸਾਨੂੰ ਵੀ ਇਹ ਤੌਫੀਕ ਦੇਣ, ਅਸੀਂ ਵੀ ਜਿਹੜਾ ਆਪਣੀਆਂ ਉਹਨਾਂ ਸ਼ਹਾਦਤਾਂ ਨੂੰ ਚੇਤੇ ਰੱਖ ਸਕੀਏ, ਤਾਂ ਜੋ ਆਪਾਂ ਗੁਰੂ ਸਾਹਿਬ ਦੀ ਕੁਰਬਾਨੀ ਤੋਂ, ਸਿੰਘਾਂ ਦੀ ਕੁਰਬਾਨੀ ਤੋਂ ਜਜ਼ਬਾ ਲੈ ਕੇ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਇਹ ਪ੍ਰੇਰਨਾ ਦੇਣ, ਇਹ ਸਮਰੱਥਾ ਦੇਣ, ਅਸੀਂ ਵੀ ਕੌਮ ਲਈ ਜੀਉ ਸਕੀਏ, ਕੌਮ ਲਈ ਮਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।